दोहरा कर त्यारी सब रीत की, सिख सगरे चल आए। हाथ बंद बोलत पाए, गद गद गिरा सुनाए। वाहिगुरु जी का खालसा, वाहिगुरु जी की फतेह। परम सत्कार योग सन्मान योग गुरु की साजी और नवाजी हुई गुरु खालसा साध संगत जियो धनता दे पात्र हो। जोगो जोग अटल सतगुरु श्री गुरु ग्रंथ साहब जी की पवित्र हजूरी च इकत्र हो के सतगुरु नौवें पातशाह जगत गुरु श्री गुरु तेग बहादुर साहब जी महाराज जी दियां खुशियां दे पात्र बन रहे। दयानिध कलगीधर पातशाह सचखंड गमन की तैयारी कर रहे ने। संगतां नूं पता लगा है अनेकां सिख साधु महात्मा जोगी सन्यासी वैरागी सतगुरु जी दे दर्शन करन वास्ते महाराज जी दे चरनां च हाज़र होए ने। कलगीधर जी सब नूं दर्शन दिदारे दे रहे ने। दोपहर के समय भोजन छक के कुछ समय लिए सतगुरां ने आराम किया है। पिछले पैर शाम नूं इशनान पान करके नवी पोशाक नवे वस्त्र शरीर ते धारण किए हैं। गात्रे च श्री साहब है, मोढे ते तीरां दा पत्था है, कमर कसा लाया है और कमर कस्से विच सारे शस्त्र अपने सजाए ने। छोटे शस्त्र जिहड़े कमर कस्से दे शस्त्र हुंदे है उन्हां विचों जिवें बिछुआ है, कटार है, खंजर है, पेश कवज है। ये कमर कस्से दे शस्त्र महाराज जी ने कमर कस्से सजाए हैं। ਸਿੰਘਾਂ ਨੂੰ हुक्म किया कि जाके कनातां चारे पासे पक्कियां बन के ਸਿੰਘਾਂ ਦੀ ਪਹਿਰੇਦਾਰੀ ਦੀ ड्यूटी ला दिओ और अंदर चिखा रच दिओ। सतगुरां दे हुक्म की पालना करके जो चंदन की लकड़ पहलों तो इकट्ठी की हुई सी, ਸਿੰਘਾਂ ने सारियां ने रल मिल के सेवा की। कनातां ताण के अंदर चिखा रची है। ਉਹਦੇ ਚ ਘਿਓ ਆਦਿਕ ਜਿਹੜੀ ਸਮੱਗਰੀ ਹੈ ਉਹ ਸਾਰੀ ਪਹਿਲਾਂ ਹੀ ਅੰਗੀਠੇ ਵਿੱਚ ਪਾ ਦਿੱਤੀ ਹੈ। ਸਿੰਘਾਂ ਦੇ ਹਿਰਦਿਆਂ ਚ ਵੈਰਾਗ ਹੈ, ਨੇਤਰਾਂ ਵਿੱਚੋਂ ਨੀਰ ਵੀ ਵਗਦਾ ਹੈ। ਮਨ ਹੀ ਮਨ ਚਿੰਤਤ ਨੇ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਬਾਅਦ ਸਾਡਾ ਕੀ ਹੋਵੇਗਾ। ਅਸੀਂ ਆਪਣਾ ਦੇਸ਼ ਛੱਡ ਕੇ ਸਤਿਗੁਰਾਂ ਦੇ ਆਸਰੇ ਇੱਥੇ ਵਿਦੇਸ਼ ਵਿੱਚ ਆਏ ਹਾਂ। ਇੱਥੇ ਸਾਨੂੰ ਕੱਲਿਆਂ ਨੂੰ ਸਤਿਗੁਰੂ ਜੀ ਛੱਡ ਕੇ ਜਾ ਰਹੇ ਨੇ, ਕਿਹਦੇ ਆਸਰੇ ਰਹਾਂਗੇ। ਬੜੀ ਵੈਰਾਗਮਈ ਦਸ਼ਾ ਸਿੰਘਾਂ ਦੇ ਮਨਾਂ ਵਿੱਚ ਹੈ, ਜਿਨ੍ਹਾਂ ਅੰਦਰ ਆਪਣੇ ਮਾਲਕ ਪ੍ਰਤੀ ਸਤਿਗੁਰਾਂ ਪ੍ਰਤੀ ਇਹੋ ਜਿਹਾ ਪ੍ਰੇਮ ਹੈ ਕਿ ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਇਹੋ ਜੀ ਅਵਸਥਾ ਵਿੱਚ ਉਹ ਸਾਰੇ ਸਿੰਘ ਕਲਗੀਧਰ ਜੀ ਦੇ ਚਰਨਾਂ 'ਚ ਆਏ ਨੇ। ਸਤਿਗੁਰੂ ਜੀ ਨੇ ਸੋਹਣੀ ਦਸਤਾਰ ਸੀਸ ਤੇ ਸਜਾਈ ਹੈ, ਜਗ੍ਹਾ ਤੇ ਕਲਗੀ ਸੀਸ ਤੇ ਧਾਰਨ ਕੀਤੀ ਹੈ। एक छोटी कृपान महाराज जी ने अपने दुमाले विच अपने दस्तारे दे विच धारण की। वो कृपान अज भी तुसी दर्शन करते हो तख्त सचखंड श्री हजूर साहब
ਸ਼ਾਮ ਨੂੰ ਆਰਤੀ ਦੇ ਕੀਰਤਨ ਤੋਂ ਬਾਅਦ ਜਥੇਦਾਰ ਸਾਹਿਬਾਨ ਸਿੰਘ ਸਾਹਿਬ ਜੀ ਉਹਨਾਂ ਸ਼ਸਤਰਾਂ ਦੇ ਦਰਸ਼ਨ ਕਰਾਉਂਦੇ ਆ ਤੇ ਸੋਨੇ ਦੀ ਡੱਬੀ ਵਿੱਚੋਂ ਉਹ ਜੋ ਛੋਟੀ ਕਿਰਪਾਨ ਹੈ ਉਹਦੇ ਦਰਸ਼ਨ ਕਰਾਉਂਦੇ ਆ। ਉਹਨੂੰ ਕਰਦ ਵੀ ਕਹਿੰਦੇ ਆ। ਉਹ ਸਤਿਗੁਰੂ ਜੀ ਨੇ ਆਪਣੇ ਦਸਤਾਰੇ ਵਿੱਚ ਸਜਾਈ ਹੋਈ। ਸ਼ੇਰੇ ਪੰਜਾਬ ਜੀ ਨੇ ਮਹਾਰਾਜ ਜੀ ਦੇ ਤਖਤ ਦੀ ਸੇਵਾ ਕਰਵਾਈ ਤੋਂ ਅੰਗੀਠਾ ਫੋਲਣ ਤੋਂ ਬਾਅਦ ਇਹੀ ਸ਼੍ਰੀ ਸਾਹਿਬ ਇਤਿਹਾਸਕਾਰ ਕਹਿੰਦੇ ਉੱਥੋਂ ਨਿਕਲੀ ਸੀ। ਜੋ ਤਖਤ ਸਾਹਿਬ ਦੀ ਇਤਿਹਾਸ ਦੀ ਵਾਰਤਾ ਸੁਣਾਈ ਜਾਂਦੀ ਹੈ। ਆਓ ਕਲਗੀਧਰ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਸਤਿਗੁਰਾਂ ਦੀ ਮੂਰਤ ਆਪਣੇ ਹਿਰਦੇ 'ਚ ਵਸਾਈਏ। ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸਤਨਾਮ। ਦੋਹਰਾ ਕਰ ਤਿਆਰੀ ਸਭ ਰੀਤ ਕੀ, ਸਿੱਖ ਸਗਰੇ ਚੱਲ ਆਏ। ਕਹਿੰਦੇ ਜਦੋਂ ਸਾਰੀ ਤਿਆਰੀ ਸੰਪੰਨ ਹੋ ਗਈ, ਅੰਗੀਠਾ ਸਿੰਘ ਰਚ ਕੇ ਆ ਗਏ। ਚਾਰੇ ਪਾਸੇ ਦੂਰ ਦੂਰ ਤੱਕ ਕਨਾਤਾਂ ਬੜੀ ਮਜ਼ਬੂਤੀ ਨਾਲ ਬੰਨ੍ਹ ਦਿੱਤੀਆਂ। ਤਾਂ ਇਹ ਸਾਰੀ ਸੇਵਾ ਨਿਭਾਉਣ ਤੋਂ ਬਾਅਦ ਉਹ ਸਾਰੇ ਸਿੰਘ ਚੱਲ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ ਹਨ। ਹਾਥ ਬੰਦ ਬੋਲਤ ਪਏ, ਗਦ ਗਦ ਗਿਰਾ ਸੁਨਾਏ। ਹੱਥ ਬੰਨ੍ਹ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਬੋਲੇ ਔਰ ਕੰਠ ਸਿੰਘਾਂ ਦੇ ਰੁਕੇ ਹੋਏ ਨੇ। ਗਦ ਗਦ ਗਿਰਾ ਦਾ ਮਤਲਬ ਹੁੰਦਾ ਵੀ ਗਲਾ ਜਿਹੜਾ ਉਹ ਭਰਿਆ ਹੋਇਆ ਹੈ, ਕੰਠ ਰੁਕੇ ਹੋਏ ਨੇ। ਜਿਹੜੇ ਬੋਲ ਬੋਲਦੇ ਨੇ ਉਹ ਬੋਲ ਵੀ ਸਪਸ਼ਟ ਨਹੀਂ ਨਿਕਲਦੇ, ਕੰਠ ਭਰਿਆ ਹੋਣ ਕਰਕੇ। ਤੋ ਗਦ ਗਦ ਬਾਣੀ ਕੰਠ ਦੇ ਦੁਆਰਾ ਬੋਲ ਕੇ ਸੁਣਾਉਂਦੇ ਹਨ। ਚੌਪਈ ਮਹਾਰਾਜ ਕੀ ਆਇਸ ਜੈਸੀ। ਬੇਨਤੀ ਕਰਕੇ ਕਹਿਣ ਲੱਗੇ ਸਤਿਗੁਰੂ ਜੀ, ਹੇ ਮਹਾਰਾਜ ਜੀ, ਜਿਵੇਂ ਆਪ ਜੀ ਦੀ ਆਗਿਆ ਹੋਈ ਹੈ, ਜਿਵੇਂ ਆਪ ਜੀ ਨੇ ਸਾਡੇ ਪ੍ਰਤੀ ਹੁਕਮ ਕੀਤਾ ਹੈ। ਮਿਲੇ ਸਕਲ ਕੀ ਨੀਕ੍ਰਿਤ ਤੈਸੀ। ਅਸੀਂ ਸਾਰੇ ਸਿੰਘਾਂ ਨੇ ਰਲ ਕੇ ਮਿਲ ਕੇ ਉਹੀ ਕ੍ਰਿਤ ਉਹੀ ਸੇਵਾ ਕੀਤੀ ਹੈ ਜਿਵੇਂ ਆਪ ਜੀ ਨੇ ਸਾਡੇ ਪ੍ਰਤੀ ਹੁਕਮ ਕੀਤਾ ਹੈ। ਸਤਿਗੁਰ ਹੇਰ ਖਾਲਸੇ ਓਰੀ। ਮਹਾਰਾਜ ਜਿਵੇਂ ਆਪ ਜੀ ਨੇ ਹੁਕਮ ਕੀਤਾ ਅਸੀਂ ਸੇਵਾ ਨਿਭਾਏ ਹਾਂ। ਜਦੋਂ ਖਾਲਸੇ ਵੱਲ ਮਹਾਰਾਜ ਗੁਰੂ ਕਲਗੀਧਰ ਜੀ ਨੇ ਵੇਖਿਆ, ਆਪਣੀ ਜਾਨ ਤੋਂ ਪਿਆਰੇ ਸਿੰਘਾਂ ਵੱਲ ਤੱਕਿਆ, ਜਿਨੋਂ ਦ੍ਰਿਗਨ ਤੇ ਆਂਸੂ ਚੋਰੀ। ਵੇਖਿਆ ਕਿ ਕੋਈ ਸਿੰਘ ਐਸਾ ਨਹੀਂ ਸੀ ਜਿਹਦੀਆਂ ਅੱਖਾਂ ਦੇ ਵਿੱਚੋਂ ਨੀਰ ਨਾ ਵਹਿੰਦਾ ਹੋਵੇ। ਜਦੋਂ ਆਪਣੀ ਜਾਨ ਤੋਂ ਪਿਆਰੇ ਪ੍ਰੀਤਮ ਗੁਰੂ ਕਲਗੀਧਰ ਜੀ ਵਾਸਤੇ ਚਿਖਾ ਰਚ ਰਹੇ ਹੋਣਗੇ ਸਿੰਘ, ਉਹ ਵੀ ਉਸ ਵਕਤ ਕਿ ਜਦੋਂ ਸਤਿਗੁਰੂ ਜੀ ਬਿਲਕੁਲ ਚੜ੍ਹਦੀ ਕਲਾ 'ਚ ਸਾਹਮਣੇ ਬੈਠੇ ਆ, ਤੇ ਮਨ ਤੇ ਕੀ ਬੀਤਦੀ ਹੋਵੇਗੀ। ਤੋ ਮਹਾਰਾਜ ਜੀ ਨੇ ਵੇਖਿਆ ਕਿ ਸਿੰਘਾਂ ਦੇ ਨੇਤਰ ਸਜਲ ਹਨ, ਸਿੰਘਾਂ ਦੀਆਂ ਅੱਖਾਂ ਦੇ ਵਿੱਚੋਂ ਸਾਹਿਬ ਦੇ ਪ੍ਰੇਮ ਦਾ ਜਲ ਛਲਕ ਰਿਹਾ ਹੈ। ਮਮ ਸਰੂਪ ਕੇ ਪ੍ਰੇਮੀ ਮਹਾ। ਮਹਾਰਾਜ ਜੀ ਨੇ ਵੇਖਿਆ ਕਿ ਮੇਰੇ ਸਾਰੇ ਸਿੰਘ ਮੇਰੇ ਸਰੂਪ ਦੇ ਪ੍ਰੇਮੀ ਹਨ, ਇਹਨਾਂ ਸਾਰਿਆਂ ਦੇ ਮਨਾਂ ਵਿੱਚ ਮੇਰਾ ਪ੍ਰੇਮ ਹੈ। ਸਰਬਸ ਤਿਆਗੇ ਪਹੁੰਚੇ ਇਹਾਂ। ਤੇ ਪ੍ਰੇਮ ਦਾ ਇਹਦੇ ਤੋਂ ਵੱਡਾ ਪ੍ਰਮਾਣ ਕੀ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਆਪਣਾ ਸਾਰਾ ਕੁਝ ਛੱਡ ਕੇ, ਘਰ ਘਾਟ ਪਰਿਵਾਰ ਟੱਬਰ ਸਭ ਨੂੰ ਛੱਡ ਕੇ ਇੱਥੇ
ਨਾਂਦੇੜ ਤੱਕ ਦੱਖਣ ਵਿੱਚ ਮੇਰੇ ਨਾਲ ਆ ਕੇ ਪਹੁੰਚੇ ਨੇ, ਇਹਨਾਂ ਦੇ ਪ੍ਰੇਮ ਦਾ ਹੀ ਸਬੂਤ ਹੈ ਨਾ ਇਹ। ਖਾਲਸਾ ਜੀ, ਇਹ ਉਹਨਾਂ ਦਿਨਾਂ ਦੀ ਬਾਤ ਕਿ ਜਦੋਂ ਲੋਕ ਪੰਜਾਬ ਚੋਂ ਬਾਹਰ ਨਹੀਂ ਸਨ ਨਿਕਲਣਾ ਪਸੰਦ ਕਰਦੇ, ਸਤਿਗੁਰਾਂ ਦੇ ਨਾਲ ਚੱਲ ਕੇ ਘਰ-ਬਾਰ ਛੱਡ ਕੇ ਮੁੜ ਕੇ ਨਹੀਂ ਪਤਾ ਵਾਪਸ ਆਉਣਾ ਕਿ ਨਹੀਂ ਆਉਣਾ, ਉਹ ਦੱਖਣ ਦਿਸ਼ਾ ਦੇ ਵਿੱਚ ਨਾਂਦੇੜ ਮਹਾਰਾਜ ਜੀ ਦੇ ਨਾਲ ਗਏ ਨੇ। ਤਾਂ ਇਹ ਸਿੰਘਾਂ ਦਾ ਸਤਿਗੁਰਾਂ ਨਾਲ ਪ੍ਰੇਮ ਸੀ ਨਾ। ਕਲਗੀਧਰ ਜੀ ਵੇਖ ਕੇ ਮਨ ਹੀ ਮਨ ਵਿਚਾਰ ਰਹੇ ਨੇ ਕਿ ਮੇਰੇ ਨਾਲ ਇਹਨਾਂ ਸਿੰਘਾਂ ਦਾ ਭਾਰੀ ਪ੍ਰੇਮ ਹੈ। ਉਹਦਾ ਇਹ ਪ੍ਰਤੱਖ ਪ੍ਰਮਾਣ ਹੈ ਕਿ ਆਪਣਾ ਸਭ ਕੁਝ ਛੱਡ ਕੇ, ਘਰ ਘਾਟ ਛੱਡ ਕੇ, ਪਰਿਵਾਰ ਟੱਬਰ ਛੱਡ ਕੇ ਇਹ ਮੇਰੇ ਨਾਲ ਮੇਰੇ ਪ੍ਰੇਮ ਵਸ ਹੋ ਕੇ ਇੱਥੇ ਆਏ ਹਨ। ਇਸ ਬਿਦ ਕਰਤੇ ਸੰਧਿਆ ਹੋਈ। ਏਦਾਂ ਮਹਾਰਾਜ ਜੀ ਸਿੰਘਾਂ ਵੱਲ ਵੇਖ ਰਹੇ ਨੇ ਤੇ ਏਦਾਂ ਬਚਨ ਬਿਲਾਸ ਕਰਦਿਆਂ ਵੇਖਦਿਆਂ ਸਾਰੀਆਂ ਸੇਵਾਵਾਂ ਨਿਭਾਉਂਦਿਆਂ ਸੰਧਿਆ ਦਾ ਵੇਲਾ ਹੋ ਗਿਆ। ਸ਼੍ਰੀ ਪ੍ਰਭ ਦਰਸ ਕੀਓ ਸਭ ਕੋਈ। ਹਰ ਇੱਕ ਪ੍ਰਾਣੀ ਮਾਤਰ ਨੇ ਜਿੰਨੇ ਵੀ ਉੱਥੇ ਉਸ ਵਕਤ ਹਾਜ਼ਰ ਸਨ, ਸਭ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ। ਤਵ ਸਾਦਰ ਸਭ ਨਿਕਟ ਬਿਠਾਰੇ। ਸਾਰੇ ਸਿੰਘਾਂ ਨੂੰ ਮਹਾਰਾਜ ਜੀ ਦੇ ਨਾਲ ਤਕਰੀਬਨ 1700 ਤੋਂ ਵੱਧ ਸਿੰਘ ਗਏ ਸਨ ਇੱਥੋਂ ਪੰਜਾਬ ਤੋਂ ਹਜੂਰ ਸਾਹਿਬ ਤਾਈਂ। ਉਹਨਾਂ ਸਾਰੇ ਸਿੰਘਾਂ ਨੂੰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਕੋਲ ਬੜੇ ਸਤਿਕਾਰ ਨਾਲ ਬਿਠਾਇਆ। ਕਯੋ ਸ਼ੋਕ ਨੈ ਕਰੀਏ ਪਿਆਰੇ। ਮਹਾਰਾਜ ਜੀ ਕਹਿੰਦੇ ਆ, ਮੇਰੇ ਖਾਲਸਾ ਜੀ, ਮਨ 'ਚ ਕਿਸੇ ਨੇ ਸ਼ੋਕ ਨਹੀਂ ਕਰਨਾ, ਕਿਸੇ ਨੇ ਵੀ ਆਪਣੇ ਹਿਰਦੇ 'ਚ ਸ਼ੋਕ ਨਹੀਂ ਮਨਾਉਣਾ। ਥੂਲ ਸ਼ਰੀਰ ਸੰਜੋਗ ਵਿਜੋਗ। ਮਹਾਰਾਜ ਜੀ ਕਹਿੰਦੇ ਜਿਹੜੇ ਸਥੂਲ ਸਰੀਰ ਨੇ, ਇਹਨਾਂ ਸਥੂਲ ਸਰੀਰਾਂ ਦਾ ਸੰਜੋਗ ਤੇ ਵਿਜੋਗ ਵਿਧਾਤੇ ਨੇ ਮੁੱਢ ਤੋਂ ਬਣਾਇਆ ਹੋਇਆ। ਇਹ ਜਿਹੜੇ ਥੂਲ ਸਰੀਰ ਨੇ ਨਾ, ਇਹਨਾਂ ਦਾ ਸੰਜੋਗ ਔਰ ਇਹਨਾਂ ਦਾ ਵਿਜੋਗ ਉਹ ਮੁੱਢ ਕਦੀਮੀ ਬਣਿਆ ਹੋਇਆ। ਈਸ਼ਰ ਨੇਤ 14 ਲੋਗ। 14 ਲੋਕਾਂ ਦੇ ਵਿੱਚ ਈਸ਼ਵਰ ਦੀ ਇਹੀ ਨੇਤ ਚੱਲਦੀ ਆ ਰਹੀ ਹੈ। ਤਨ ਸਨਿਓ ਨੈ ਨਿਭੈ ਕਿਉ। ਇਹ ਜਿਹੜਾ ਸਰੀਰਾਂ ਦਾ ਨੇਹ ਹੈ ਨਾ, ਸਰੀਰਾਂ ਦਾ ਪ੍ਰੇਮ, ਇਹ ਨਹੀਂ ਨਿਭਦਾ। ਨੇਹ ਤਾਂ ਆਤਮਾ ਦਾ ਹੁੰਦਾ ਖਾਲਸਾ ਜੀ, ਜਿਹੜਾ ਹਰ ਵੇਲੇ ਨਾਲ ਨਿਭਦਾ। ਇਹਨਾਂ ਸਰੀਰਾਂ ਦਾ ਨੇਹ ਨਹੀਂ ਸदैवी ਨਿਭਦਾ, ਕਿਉਂਕਿ ਸਰੀਰ ਨਸ਼ਵਰ ਨੇ, ਇਹ ਸਰੀਰ ਨਾਸ਼ਵਾਨ ਨੇ, ਤੇ ਬਿਨਸਣ ਵਾਲੇ ਸਰੀਰਾਂ ਦਾ ਨੇਹ ਕਿਵੇਂ ਸदैवी ਹੋ ਸਕਦਾ। ਇਹਨਾਂ ਸਰੀਰਾਂ ਦਾ ਨੇਹ ਕਦੇ ਸदैवी ਨਹੀਂ ਨਿਭਦਾ। ਸਿਕਤਾ ਸਦਨ ਨਦੀ ਤਟ ਜਿਉ। ਇਹਨਾਂ ਸਰੀਰਾਂ ਦਾ ਸਨੇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਨੇ ਨਦੀ ਦੇ ਕਿਨਾਰੇ ਤੇ ਕੋਈ ਰੇਤਾ ਦਾ ਘਰ ਬਣਾਇਆ ਹੋਵੇ ਤੇ ਉਹਦੀ ਕਿੰਨਾ ਕੁ ਚਿਰ ਅਵਧੀ ਹੁੰਦੀ ਹੈ, ਉਹਦੀ ਹੋਂਦ ਕਿੰਨਾ ਕੁ ਚਿਰ ਮੰਨੀ ਜਾ ਸਕਦੀ ਹੈ। ਜਿਹੜਾ ਨਦੀ ਕਿਨਾਰੇ ਉਹ ਵੀ ਰੇਤਾ ਦਾ ਘਰ ਬੱਚੇ ਨਹੀਂ ਬਣਾ ਲੈਂਦੇ, ਉਹ ਘਰ ਕਿੰਨਾ ਕੁ ਚਿਰ ਰਹਿ ਸਕਦਾ। ਇਸੇ ਤਰ੍ਹਾਂ ਇਹਨਾਂ ਸਰੀਰਾਂ ਦਾ ਜਿਹੜਾ ਸਨੇਹ ਹੈ ਉਹ ਕਿੰਨਾ ਕੁ ਚਿਰ ਨਾਲ ਨਿਭ ਸਕਦਾ ਹੈ। ਨਿਸ਼ਚੇ ਸ਼ਬਦ ਹਿਰਦਾ ਹੈ ਮੇਰੋ। ਮਹਾਰਾਜ ਜੀ ਕਹਿੰਦੇ ਸਰੀਰ ਬਿਨਸਣ ਵਾਲੇ ਨੇ, ਐ ਗੁਰ ਸਿੱਖੋ, ਮੇਰਾ ਜਿਹੜਾ ਹਿਰਦਾ ਹੈ ਉਹ ਗੁਰੂ ਕਾ ਸ਼ਬਦ ਹੈ ਔਰ ਉਹੀ ਮੇਰਾ ਅਸਲ ਸਵਰੂਪ ਹੈ। ਤੈਂ ਸੋ ਮਿਲੀਏ ਸੰਜ ਸਵੇਰੋ। ਤੁਸੀਂ ਸੰਜ ਸਵੇਰੇ, ਸਵੇਰੇ ਸ਼ਾਮ ਅੱਠੇ ਪਹਿਰ ਮੇਰੇ ਉਸ ਹਿਰਦੇ ਰੂਪੀ, ਸ਼ਬਦ ਰੂਪੀ ਹਿਰਦੇ ਦੇ ਨਾਲ ਹਮੇਸ਼ਾ ਮਿਲ ਕੇ ਰਹਿਣਾ, ਯਾਨੀ ਕਿ ਸ਼ਬਦ ਨਾਲ ਜੁੜ ਕੇ ਰਹਿਣਾ ਹੈ। ਹਰ ਗੁਣ ਹਰ ਗੁਰ ਗੁਣ ਮੈਂ ਮਨੇ ਪਰੋ। ਔਰ ਹਰੀ ਗੁਰੂ ਦੇ ਗੁਣ ਆਪਣੇ ਮਨ ਵਿੱਚ ਧਾਰਨ ਕਰਨੇ ਹਨ, ਆਪਣੇ ਮਨ ਵਿੱਚ ਗੁਰੂ ਕੇ ਸ਼ਬਦ ਨੂੰ ਵਸਾਉਣਾ ਹੈ। ਤੈਂ ਸੋ ਮਿਲ ਨਿਆਰੇ ਨੈ ਹੋਵੋ। ਐ ਗੁਰ ਸਿੱਖੋ, ਜਦੋਂ ਤੁਸੀਂ ਗੁਰ ਸ਼ਬਦ ਨਾਲ ਮਿਲੋਗੇ ਤਾਂ ਗੁਰੂ ਸ਼ਬਦ ਨਾਲ ਮਿਲ ਕੇ ਉਸ ਸ਼ਬਦ ਤੋਂ ਤੁਹਾਡਾ ਕਦੇ ਵੀ ਵਿਛੋੜਾ ਨਹੀਂ ਹੋਵੇਗਾ। ਗੁਰ ਸ਼ਬਦ ਨਾਲ ਮਿਲ ਕੇ ਤੁਸੀਂ ਕਦੇ ਸ਼ਬਦ ਤੋਂ ਨਿਆਰੇ ਨਹੀਂ ਹੋਵੋਗੇ। ਇਹ ਸਰੀਰ ਨਸ਼ਵਰ ਨੇ, ਥੂਲ ਸਰੀਰਾਂ ਤੋਂ ਵਿਛੜਨਾ ਤੇ ਮਿਲਣਾ ਇਹ ਨੇਤ ਜੁਗਾਂ ਜੁਗਾਂ ਤੋਂ ਚੱਲਦੀ ਆਈ ਹੈ। ਔਰ ਥੂਲ ਦੇਹਾਂ ਦੀ ਜਿਹੜੀ ਸਨੇਹ ਪ੍ਰੀਤ ਹੈ ਉਹ ਸदैवी ਨਹੀਂ ਹੈ। ਮੇਰਾ ਹਿਰਦਾ ਗੁਰੂ ਕਾ ਸ਼ਬਦ ਹੈ, ਤੇ ਜੇ ਤੁਸੀਂ ਸ਼ਬਦ ਨਾਲ ਮਿਲ ਕੇ ਰਹੋਗੇ
ਤਾਂ ਤੁਹਾਡਾ ਸदैवी ਮੇਲਾ ਸ਼ਬਦ ਦੇ ਨਾਲ ਬਣਿਆ ਰਹੇਗਾ, ਕਦੇ ਵਿਛੋੜਾ ਨਾ ਹੋਵੇਗਾ। ਹਲ ਤਰ ਪਲਤ ਸਹਾਇਕ ਜੋਵੋ। ਔਰ ਗੁਰੂ ਕਾ ਸ਼ਬਦ ਹੀ ਹੈ ਜਿਹੜਾ ਲੋਕ ਤੇ ਪਰਲੋਕ ਦੋਹਾਂ ਜਹਾਨਾਂ ਵਿੱਚ ਤੁਹਾਡਾ ਸਹਾਇਕ ਹੋਵੇਗਾ। ਇਹ ਗੁਰਬਾਣੀ ਹੈ, ਗੁਰੂ ਕਾ ਸ਼ਬਦ ਹੈ ਜਿਹੜਾ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਤੁਹਾਡਾ ਮਦਦਗਾਰ ਤੇ ਸਹਾਇਕ ਹੋਵੇਗਾ। ਜਮ ਆਦਿਕ ਕੋ ਡਰ ਔਰ ਖੋਵੋ। ਔਰ ਜਮ ਆਦਿਕ ਦਾ ਜਿਹੜਾ ਡਰ ਹੈ ਉਹ ਡਰ ਆਪਣੇ ਹਿਰਦੇ ਚੋਂ ਖੋਣਾ ਹੈ, ਉਹ ਡਰ ਆਪਣੇ ਹਿਰਦੇ ਚੋਂ ਤਿਆਗਣਾ ਹੈ। ਸੁਨਤ ਖਾਲਸੇ ਕੀ ਨਸ ਬਿਨਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਸੁਣ ਕੇ ਖਾਲਸੇ ਨੇ, ਸਿੰਘਾਂ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ। ਸ਼੍ਰੀ ਪ੍ਰਭ ਹਮ ਸਭ ਕੇ ਮਨ ਗਿਣਤੀ। ਕਹਿਣ ਲੱਗੇ ਸਤਿਗੁਰੂ ਜੀ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਗਿਣਤੀ ਹੈ, ਏਦਾਂ ਵਿਚਾਰ ਹੈ। ਨੌ ਪਾਤਸ਼ਾਹ ਅੰਤ ਕੋ ਸਾਰੇ। ਕਿ ਤੁਹਾਡੇ ਤੋਂ ਪਹਿਲਾਂ 9 ਪਾਤਸ਼ਾਹੀਆਂ ਨੇ ਆਪਣੇ ਸਰੀਰ ਨੂੰ ਤਿਆਗਣ ਤੋਂ ਪਹਿਲਾਂ ਸੰਗਤ ਲੜ ਪਕਰਾਏ ਉਧਾਰੇ। ਉਹ ਅੱਗੇ ਗੁਰੂ ਦੇ ਲੜ ਲਾ ਕੇ ਜਾਂਦੇ ਰਹੇ ਹਨ। ਪੁਨ ਬੈਕੁੰਠ ਗਮਨ ਕੋ ਕਰੇ। ਉਹ ਫੇਰ ਬੈਕੁੰਠ ਜਾਂਦੇ ਸਨ, ਫਿਰ ਸੱਚਖੰਡ ਜਾਂਦੇ ਸਨ। ਹਮ ਕਿਸ ਕੇ ਪਗ ਪਰ ਸਿਰ ਧਰੇ। ਮਹਾਰਾਜ ਹੁਣ ਤੁਹਾਡੇ ਤੋਂ ਬਾਅਦ ਅਸੀਂ ਕਿਹਦੇ ਚਰਨਾਂ ਤੇ ਸਿਰ ਧਰਾਂਗੇ? ਕਹਿ ਕੇ ਕਰ ਅਲੰਬ ਕੋ ਚਲੇ। ਮਹਾਰਾਜ ਕਿਹਦੇ ਹੱਥ ਦੇ ਆਸਰੇ ਨਾਲ ਅਸੀਂ ਸੰਸਾਰ ਦੇ ਵਿੱਚ ਚੱਲਾਂਗੇ? ਪੰਥ ਖਾਲਸਾ ਤੁਮਰੋ ਭਲੇ। ਮਹਾਰਾਜ ਇਹ ਤੁਹਾਡਾ ਪੰਥ ਖਾਲਸਾ ਭਲਾ ਹੈ। ਸ਼੍ਰੀ ਮੁਖ ਤੇ ਤਵ ਧੀਰਜ ਦੀਨ। ਜਦੋਂ ਸਿੰਘਾਂ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਕਲਗੀਧਰ ਪਾਤਸ਼ਾਹ ਨੇ ਧੀਰਜ ਦਿੰਦਿਆਂ ਕਿਹਾ, ਹਮ ਸਭ ਬਾਤ ਪ੍ਰਥਮ ਕਰ ਲੀਨ। ਮਹਾਰਾਜ ਜੀ ਕਹਿੰਦੇ ਸਿੰਘੋ ਇਹ ਕੰਮ ਤਾਂ ਅਸੀਂ ਪਹਿਲਾਂ ਹੀ ਕਰ ਦਿੱਤਾ ਹੈ। ਜੋ ਦੂਜ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰਿਆਈ ਦਿੱਤੀ ਹੈ, ਅਸੀਂ ਉਹਦੇ ਨਾਲ ਸਰੀਰ ਧਾਰੀ ਵਿਅਕਤੀਗਤ ਗੁਰੂ ਪਰੰਪਰਾ ਨੂੰ ਸਮਾਪਤ ਕਰਕੇ ਸ਼ਬਦ ਗੁਰੂ ਦੀ ਪਰੰਪਰਾ ਨੂੰ ਸदैवी ਤੌਰ ਤੇ ਲਾਗੂ ਕਰ ਦਿੱਤਾ ਹੈ। ਤੁਹਾਨੂੰ ਸਾਰਿਆਂ ਨੂੰ ਸ਼ਬਦ ਗੁਰੂ ਦੇ ਲੜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ ਹੈ। ਸ਼ਬਦ ਗੁਰੂ ਸੁਰਤ ਕਰਕੇ ਤੁਹਾਡੇ ਗੁਰੂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਨੇ, ਔਰ ਸਰੀਰ ਕਰਕੇ ਤੁਹਾਡੇ ਗੁਰੂ ਗੁਰੂ ਖਾਲਸਾ ਪੰਥ, ਸਮੁੱਚਾ ਖਾਲਸਾ ਪੰਥ ਇਹ ਤੁਹਾਡਾ ਦੇਹ ਧਾਰੀ ਗੁਰੂ ਹੈ। ਗਾਂਡੇ ਅਕਾਲ ਪੁਰਖ ਸੋ ਪਾਇਓ। ਮਹਾਰਾਜ ਜੀ ਕਹਿੰਦੇ ਖਾਲਸਾ ਜੀ ਅਸੀਂ ਤੁਹਾਨੂੰ ਸਾਰਿਆਂ ਨੂੰ ਅਕਾਲ ਪੁਰਖ ਦੇ ਪੱਲੇ ਪਾ ਦਿੱਤਾ ਹੈ। ਗੰਢ ਦਾ ਮਤਲਬ ਹੈ ਵੀ ਅਕਾਲ ਪੁਰਖ ਦੀ ਗੰਢ ਵਿੱਚ, ਯਾਨੀ ਕਿ ਅਕਾਲ ਦੇ ਆਸਰੇ ਤੁਹਾਨੂੰ ਸਾਰਿਆਂ ਨੂੰ ਅਕਾਲ ਦੀ ਝੋਲੀ ਚ ਪਾ ਦਿੱਤਾ। ਸੌਂਪਨ ਕਰ ਅੰਚਰ ਪਕਰਾਇਓ। ਤੁਹਾਨੂੰ ਅਕਾਲ ਪੁਰਖ ਦੇ ਲੜ ਲਾ ਕੇ ਤੁਹਾਡਾ ਹੱਥ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪੱਲੇ ਨਾਲ, ਪੱਲੇ ਦੇ ਅਕਾਲ ਪੁਰਖ ਦਾ ਪੱਲਾ ਤੁਹਾਡੇ ਹੱਥ ਚ ਫੜਾ ਦਿੱਤਾ। ਤੁਹਾਨੂੰ ਪਰਮੇਸ਼ਰ ਦੇ ਅਕਾਲ ਦੇ ਪੱਲੇ ਨਾਲ ਲਾ ਦਿੱਤਾ। ਸਦਾ ਰਹੋ ਪ੍ਰਭ ਚਰਨਨ ਸ਼ਰਨੀ। ਸਦਾ ਅਕਾਲ ਦੀ ਸ਼ਰਨ ਚ ਰਹਿਣਾ। ਖਾਲਸਾ ਜੀ ਇਹੀ ਜਾਣਨਾ ਕਿ ਤੁਸੀਂ ਹਮੇਸ਼ਾ ਅਕਾਲ ਪੁਰਖ ਦੀ ਪਨਾਹ ਵਿੱਚ ਹੋ, ਅਕਾਲ ਪੁਰਖ ਦੀ ਸ਼ਰਨ ਵਿੱਚ ਹੋ। ਸਦਾ ਅਕਾਲ ਦੀ ਸ਼ਰਨ ਚ ਰਹਿਣਾ ਹੈ। ਅਪਰਨ ਕੀ ਆਸਾ ਨੇ ਕਰਨੀ। ਇੱਕ ਅਕਾਲ ਪੁਰਖ ਦੀ ਆਸ ਰੱਖਣੀ ਹੈ ਆਪਣੇ ਹਿਰਦੇ ਵਿੱਚ। ਇੱਕ ਅਕਾਲ ਤੋਂ ਬਿਨਾਂ ਕਿਸੇ ਹੋਰ ਦੀ ਆਸ ਆਪਣੇ ਹਿਰਦੇ 'ਚ ਨਹੀਂ ਕਰਨੀ। ਇੱਕ ਅਕਾਲ ਦੀ ਆਸ, ਅਕਾਲ ਦਾ ਭਰੋਸਾ ਆਪਣੇ ਹਿਰਦੇ 'ਚ ਰੱਖਣਾ ਹੈ। ਲੋਕ ਸੁਖੀ ਪਰ ਲੋਕ ਸੰਤੋਸ਼ਾ। ਇਹਦੇ ਨਾਲ ਤੁਹਾਡਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ, ਦੋਵੇਂ ਜਹਾਨ ਸੁਖੀ ਹੋ ਜਾਣਗੇ। ਜਦੋਂ ਅਕਾਲ ਦੇ ਆਸਰੇ 'ਚ ਰਹੋਗੇ, ਅਕਾਲ ਦੀ ਸ਼ਰਨ 'ਚ ਰਹੋਗੇ, ਅਕਾਲ ਦੀ ਆਸ ਰੱਖੋਗੇ ਤਾਂ ਮਹਾਰਾਜ ਜੀ ਕਹਿੰਦੇ ਭਾਈ ਤੁਹਾਡਾ ਦੋਵਾਂ ਜਹਾਨਾਂ ਦੇ ਵਿੱਚ ਭਲਾ ਹੋਵੇਗਾ। ਲੋਕ ਸੁਖੀਏ ਪਰਲੋਕ ਸੁਹੇਲੇ ਵਾਲੀਆਂ ਬਰਕਤਾਂ ਤੁਹਾਨੂੰ ਪ੍ਰਾਪਤ ਹੋਣਗੀਆਂ। ਨਿਤ ਪ੍ਰਤ ਰਾਖੋ ਗੁਰੂ ਭਰੋਸਾ। ਨਿਤਾ ਪ੍ਰਤੀ ਆਪਣੇ ਗੁਰੂ ਦਾ ਭਰੋਸਾ ਆਪਣੇ ਹਿਰਦੇ 'ਚ ਰੱਖਣਾ ਹੈ। ਪੜੀਏ ਸਰਬ ਗੁਰਨ ਕੀ ਬਾਣੀ। ਔਰ ਸਰਬ ਗੁਰੂ ਸਹਿਬਾਨਾਂ ਦੀ ਬਾਣੀ ਪੜ੍ਹਨੀ ਹੈ। ਪੜ੍ਹੀਏ ਸਰਬ ਗੁਰਨ ਗੁਰਬਾਨੀ। ਸਾਰੇ ਗੁਰੂਆਂ ਤੋਂ ਭਾਵ
ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਗੁਰੂ ਅੰਗਦ ਸਾਹਿਬ ਦੀ ਬਾਣੀ ਹੈ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ, ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਹੈ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹੈ, ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਹੈ। ਸਿੱਖ ਰਹਿਤ ਮਰਿਆਦਾ ਵਿੱਚ ਬਕਾਇਦਾ ਸਿੱਖ ਦੀ ਪਰਿਭਾਸ਼ਾ ਦੱਸਦਿਆਂ ਲਿਖਿਆ, ਸਿੱਖ ਕੌਣ ਹੈ? ਸਿੱਖ ਉਹ ਹੈ ਜਿਹੜਾ 10 ਗੁਰੂ ਸਾਹਿਬਾਨਾਂ ਦੀ ਬਾਣੀ ਦੇ ਉੱਤੇ ਆਪਣਾ ਅਕੀਦਾ ਰੱਖਦਾ ਹੈ। 10 ਗੁਰੂ ਸਾਹਿਬਾਨਾਂ ਦੀ ਬਾਣੀ, ਜਦੋਂ 10 ਗੁਰੂ ਸਾਹਿਬਾਨਾਂ ਦੀ ਬਾਣੀ ਦੀ ਬਾਤ ਹੁੰਦੀ ਹੈ ਤਾਂ ਉਹਦੇ ਵਿੱਚ ਫਿਰ 10ਵੇਂ ਪਾਤਸ਼ਾਹ ਕਲਗੀਧਰ ਦੀ ਬਾਣੀ, ਕਿਉਂਕਿ 7ਵੇਂ 8ਵੇਂ ਤੇ 6ਵੇਂ ਪਾਤਸ਼ਾਹ ਜੀ ਦੀ ਬਾਣੀ ਨਹੀਂ, ਫਿਰ 9ਵੇਂ ਤੇ 10ਵੇਂ ਪਾਤਸ਼ਾਹ ਨੇ ਬਾਣੀ ਉਚਾਰੀ। तो फिर 10वें पातशाह जी की बाणी जो आप रोज पढ़ते हैं, जाप साहिब, चौपाई साहब का पाठ करते हाँ, सवैये पढ़ते हाँ, संध्या समय राज साहब जी का जाप करते, उहदे विच महाराज कलगीधर की बाणी चौपाई पढ़ते हाँ। महाराज जी भाई साहब भाई संतोख सिंह जी इत्थे लिख रहे ने कि कलगीधर जी ने खालसे नूं हुक्म कीता है, पढ़िया सर्ब गुरन की बानी, आख्या भाई सारे गुरु साहबानां दी, यानी कि गुरु नानक साहब तो लैके गुरु गोबिंद सिंह साहब जी महाराज जी तक जिहड़ी सतगुरां ने बाणी उचारण कीती है, उस पवित्र गुरबाणी नूं तुसीं सारिआं ने पढ़ना। हुक्म है महाराज जी दा, वो सिख सतगुरु के प्यारे हो, गाव हो सच्ची बाणी, बाणी ता गाव हो गुरु केरी, बाणियां सिर बाणी। सतगुरां दी अमृत गुरबाणी दा जाप करना है, गुरु की धुर की बाणी दा पठन पाठन करना है, पढ़ना है गुरबाणी नूं, सुनना है गुरबाणी नूं, विचारना है गुरबाणी नूं, गुरबाणी नूं अपने जीवन दा आधार बनाउणा है। गुरबाणी तुहाडे वास्ते जीवन जाच है, किहो जिहा जीवन होना चाहिए सिख दा, ओह तुहानूं गुरबाणी ने दसना है। महाराज जी कहते इसे करके खालसा जी मैं तुहानूं गुरबाणी दे लड़ ला दिता है, शब्द गुरु श्री गुरु ग्रंथ साहब जी दे लड़ ला दिता है। अज तो बाद श्री गुरु ग्रंथ साहब नूं तुसीं अपना गुरु जानना है। आग्या भई अकाल की तबै चलायो पंथ, सब सिखन को हुक्म है गुरु मान्यो ग्रंथ। ये परंपरा महाराज जी कहते असीं पहला निभा चुके हाँ। जिवें पहले पातशाह ने गुरु अंगद साहब दे लड़ लाया सी, गुरु अंगद साहब ने गुरु अमरदास साहब दे लड़ लाया सी, जिवें 9वें पातशाह ने आप सारी संगत नूं साडे लड़ लाया सी, असीं आप सारे खालसे पंथ नूं गुरु ग्रंथ साहब दे लड़ ला चले हाँ, और अकाल पुरख दी झोली च पंथ नूं पा चले हाँ। रखिए रहत जो हमो बखानी, सारे गुरु साहबाना दी बाणी पढ़नी, और जेड़ी रहत असीं दसी है खालसा जी, उस रहत दे धारनी होना ते रहत नूं रखना है। पढ़िए सर्ब गुरन की बानी, रखिया रहत जो हमो बखानी। जेड़ी रहत असी खालसा जी तुहानूं दसी आ, वो रहत रखनी है। रहनी बहनी च ढिले नहीं पैना खालसा जी, अपनी रहनी बहनी विच तैयार बर तैयार रहना है, क्योंकि तुहाडी रहनी बहनी नूं वेख के हजारां लोकां ने तुहाडे तो प्रेरणा लैनी है कि आ सिखां दा किरदार हुंदा, सिखां दे इहो जे करैक्टर हुंदे आ, सिखां दा इहो जिहा आचरण हुंदा। ते जे कोई सिख हो के केसाधारी स्वरूप होण दे नाल कोई वज्र पाप करदा, कोई कुरैत करदा, तां ओहदा एक बड़ा गलत मैसेज पूरे समाज दे विच फैलदा है। इस करके महाराज जी कहंदे आ, सिखो तुहाडे आचरण नूं वेख के तां हजारां लोकां ने तुहाडे आचरण नूं सजदा करना है। इस करके जिहड़ी रहत असीं तुहानूं दस दित्ती है, उस रहत दे तुसीं धारनी होना है। रहत प्यारी मुझको सिख प्यारा ना है, रहनी रह सोई सिख मेरा, ओ साहिब मैं उसका चेहरा। रहत बिना ना सिख कहावै, रहत बिना दर चोटां खावै। जिहड़ी रहनी है महाराज जी कहंदे असीं दसी है खालसा जी तुहानूं, उस रहत दे धारनी होना। अमृत वेले उठना, इशनान पान करके शरीर की किरिया सोध के स्वच्छ वस्त्र शरीर ते धारण करके गुरबाणी पढ़नी,
ਔਰ ਚੱਲ ਕੇ ਸਤਿਗੁਰਾਂ ਦੇ ਪਾਵਨ ਦਰਬਾਰ 'ਚ ਹਜ਼ੂਰੀ 'ਚ ਪਹੁੰਚ ਕੇ ਕੀਰਤਨ ਸੁਣਨਾ, ਕਥਾ ਸੁਣਨੀ। ਫਿਰ ਆਪਣੀ ਦਿਨ ਚਰਿਆ ਵਿੱਚ ਕਿਰਤ ਵਿਰਤ 'ਚ ਪ੍ਰਵਿਰਤ ਹੋਣਾ। ਸੰਧਿਆ ਸਮੇਂ ਇਸ਼ਨਾਨ ਪਾਨ ਕਰ ਸਕੋ ਕਰਕੇ, ਜੇ ਨਹੀਂ ਤਾਂ 5 ਇਸ਼ਨਾਨਾ ਕਰਕੇ ਸੋਦਰ ਰਾਜ ਸਾਹਿਬ ਜੀ ਦਾ ਜਾਪ ਕਰੋ ਬੈਠ ਕੇ ਇਕਾਗਰ ਹੋ ਕੇ, ਔਰ ਗੁਰਬਾਣੀ ਦਾ ਜਾਪ ਜਪਣਾ। ਸੋਹਿਲਾ ਸਾਹਿਬ ਦੀ ਪਾਵਨ ਅੰਮ੍ਰਿਤ ਬਾਣੀ ਦਾ ਪਠਨ ਪਾਠਨ ਕਰਨਾ ਹੈ। ਤੋ ਇਸ ਪ੍ਰਕਾਰ ਨਾਲ ਇਹ ਰਹਿਤ ਹੈ ਜਿਹੜੀ ਖਾਲਸੇ ਨੂੰ ਦੱਸੀ ਆ ਗੁਰਬਾਣੀ ਦੀ। ਫਿਰ 5 ਕੱਕਿਆਂ ਦੀ ਰਹਿਤ ਹੈ। 5 ਕਕਾਰਾਂ ਦਾ ਧਾਰਨੀ ਹੋਣਾ, 4 ਬੱਜਰ ਕੁਰੈਤਾਂ ਤੋਂ ਸੁਚੇਤ ਹੋ ਕੇ ਰਹਿਣਾ, ਕੁੱਠਾ ਨਹੀਂ ਖਾਣਾ, ਜਗਤ ਝੂਠ ਦੀ ਵਰਤੋਂ ਨਹੀਂ ਕਰਨੀ, ਕੇਸ ਕਤਲ ਨਹੀਂ ਕਰਨੇ, ਪਰ ਇਸਤਰੀ ਜਾਂ ਪਰ ਪੁਰਖਗਾਮੀ ਨਹੀਂ ਹੋਣਾ। ਇਸਤਰੀ ਵਾਸਤੇ ਪਰ ਪੁਰਖਗਾਮੀ ਨਹੀਂ ਹੋਣਾ ਔਰ ਮਰਦ ਵਾਸਤੇ ਪਰ ਇਸਤਰੀਗਾਮੀ ਨਹੀਂ ਹੋਣਾ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਹਨਾਂ 4 ਬੱਜਰ ਕੁਰੈਤਾਂ ਤੋਂ ਪਰਤਿਆਗੀ ਹੋ ਕੇ ਰਹਿਣਾ। ਨੜੀ ਮਾਰ, ਕੁੜੀ ਮਾਰ, ਸਿਰ ਗੁੰਮੀਏ, ਮੀਣੇ ਮਸੰਦੀਏ, ਧੀਰ ਮੱਲੀਏ, ਰਾਮ ਰਾਈਏ, ਇਹਨਾਂ ਦੀ ਸੰਗਤ ਨਹੀਂ ਕਰਨੀ। ਇਹ ਰਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਪਿੱਛੇ ਆਪਾਂ ਕਥਾ 'ਚ ਸਰਵਣਕਾਰੀ ਆਏ ਹਾਂ, ਮੁਕਤੀ ਨਾਮੇ 'ਚ ਮਹਾਰਾਜ ਜੀ ਨੇ ਰਹਿਤ ਦੱਸੀ ਹੈ। ਜਦੋਂ ਖਾਲਸੇ ਪੰਥ ਦੀ ਸਾਜਨਾ ਕੀਤੀ ਉਦੋਂ ਸਤਿਗੁਰਾਂ ਨੇ ਰਹਿਣੀ ਦੱਸੀ, ਰਹਿਤ ਦੱਸੀ ਖਾਲਸੇ ਨੂੰ ਕਿ ਆਹ ਰਹਿਤ ਦਾ ਧਾਰਨੀ ਹੋਣਾ ਗੁਰਸਿੱਖਾਂ ਨੇ। ਤੋ ਬਾਰੰਬਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਥਾਵਾਂ ਤੇ ਅਨੇਕਾਂ ਕੌਤਕਾਂ ਚੋਜਾਂ ਦੇ ਨਾਲ ਸਿੰਘਾਂ ਨੂੰ ਰਹਿਣੀ ਬਹਿਣੀ ਦੱਸੀ ਹੈ। ਕੰਘਾ ਦੋਨੋਂ ਵਕਤ ਕਰ, ਦੋਨੋਂ ਵਕਤ ਕੇਸਾਂ ਦੇ ਵਿੱਚ ਕੰਘਾ ਫੇਰਨਾ, ਅੰਮ੍ਰਿਤ ਵੇਲੇ ਉੱਠ ਕੇ ਦਾਤਨ ਕੁਰਲਾ ਕਰਨਾ। ਤੋ ਇਸ ਪ੍ਰਕਾਰ ਨਾਲ ਇਹ ਸਾਰੀ ਸਾਡੀ ਰਹਿਤ ਦਾ ਹਿੱਸਾ ਹਨ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਆ, ਭਾਈ ਜਿਹੜੀ ਅਸੀਂ ਤੁਹਾਨੂੰ ਰਹਿਤ ਦੱਸੀ ਹੈ ਉਸ ਰਹਿਤ ਦੇ ਧਾਰਨੀ ਹੋਣਾ, ਉਸ ਰਹਿਤ ਨੂੰ ਪਾਲਣਾ ਹੈ। ਪਾਇਓ ਮਾਤ ਕਾਲਿਕਾ ਗੋਦ, ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋ ਸ਼ਕਤੀ ਹੈ, ਜੋ ਸਾਰੇ ਸੰਸਾਰ ਨੂੰ ਪੈਦਾ ਕਰਦੀ, ਪਰਮੇਸ਼ਰ ਦੀ ਸ਼ਕਤੀ ਹੈ ਨਾ ਜਿਹੜੀ ਸੰਸਾਰ ਨੂੰ ਪੈਦਾ ਕਰਦੀ ਹੈ। ਮਹਾਰਾਜ ਜੀ ਕਹਿੰਦੇ ਉਹਦੀ ਗੋਦ ਵਿੱਚ, ਜਿਹਦੇ ਬਾਰੇ ਗੁਰਦੇਵ ਕਹਿੰਦੇ ਨਾ ਮਹਾਕਾਲ ਕਾਲ ਕਾ ਆਰਾਧੀ, ਜਿਹੜਾ ਕਾਲ ਦਾ ਵੀ ਕਾਲ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹਦੀ ਗੋਦ ਵਿੱਚ ਤੁਹਾਨੂੰ ਪਾ ਦਿੱਤਾ ਹੈ। ਪੰਥ ਖਾਲਸਾ ਲਈ ਪ੍ਰਮੋਦ, ਔਰ ਖਾਲਸਾ ਪੰਥ ਅਕਾਲ ਪੁਰਖ ਦੀ ਗੋਦ ਵਿੱਚ ਪਿਆ ਪ੍ਰਮੋਦ ਮਾਣੇਗਾ। ਜਿਵੇਂ ਕੋਈ ਬੱਚਾ ਆਪਣੇ ਮਾਂ-ਬਾਪ ਦੀ ਗੋਦ ਵਿੱਚ, ਆਪਣੀ ਮਾਤਾ ਦੀ ਗੋਦ ਵਿੱਚ ਆਨੰਦਿਤ ਹੁੰਦਾ ਨਾ, ਆਪਣੀ ਜਿੰਨਾ ਮਰਜ਼ੀ ਪਰੇਸ਼ਾਨ ਹੋਵੇ, ਰੋਂਦਾ ਕੁਰਲਾਉਂਦਾ ਹੋਵੇ, ਆਪਣੀ ਮਾਂ ਦੀ ਗੋਦ ਵਿੱਚ ਜਾਂਦੇ ਹੀ ਸ਼ਾਂਤ ਹੋ ਜਾਂਦਾ ਔਰ ਖੇੜੇ 'ਚ ਆ ਜਾਂਦਾ ਹੈ। ਉਹਨੂੰ ਸਾਰੇ ਦੁੱਖ ਤਕਲੀਫ ਭੁੱਲ ਜਾਂਦੇ ਹਨ। ਮਹਾਰਾਜ ਜੀ ਕਹਿੰਦੇ ਏਦਾਂ ਸਾਡਾ ਖਾਲਸਾ ਪੰਥ ਅਸੀਂ ਅਕਾਲ ਪੁਰਖ ਦੀ ਗੋਦ ਵਿੱਚ ਪਾ ਦਿੱਤਾ ਹੈ, ਜਿਸ ਦੀ ਗੋਦ ਵਿੱਚ ਸਦਾ ਪ੍ਰਮੋਦ ਮਾਣੇਗਾ, ਸਦਾ ਹੀ ਆਨੰਦ ਮਾਣੇਗਾ। ਸਿੰਘ ਸੁਰੈਤ ਪੰਚ ਜੈ ਮਿਲੇ, ਫਿਰ ਮਹਾਰਾਜ ਜੀ ਦੱਸਦੇ ਨੇ, ਕਹਿੰਦੇ 5 ਸਿੰਘ ਜਿਹੜੇ ਰਹਿਣੀ ਬਹਿਣੀ 'ਚ ਪੱਕੇ ਹੋਣ, ਰਹਿਤ ਮਰਿਆਦਾ ਵਿੱਚ ਪਰਪੱਕ ਹੋਣ, ਤਿਆਰ ਬਰ ਤਿਆਰ ਹੋਣ, ਉਹਨਾਂ ਦੇ ਜੀਵਨ 'ਚ ਕੋਈ ਢਿੱਲ ਮੱਠ ਨਾ ਹੋਵੇ। ਮਮ ਸਰੂਪ ਸੋ ਦੇਖੋ ਭਲੇ, ਕਹਿੰਦੇ ਜਦੋਂ 5 ਸਿੰਘ ਇਕੱਠੇ ਹੋਣ ਤਿਆਰ ਬਰ ਤਿਆਰ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਤੁਸੀਂ ਮੇਰਾ ਸਰੂਪ ਕਰਕੇ ਜਾਣਨਾ, ਇਹ ਜਾਣਨਾ ਕਿ ਕਲਗੀਧਰ ਦਾ ਸਰੀਰ ਹੈ। ਕਿਉਂਕਿ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਔਰ ਸਰੀਰ ਮਹਾਰਾਜ ਜੀ ਨੇ ਗੁਰੂ ਪੰਥ ਵਿੱਚ ਆਪਣਾ। ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਰੂਪ ਹੈ ਖਾਸ। ਮਹਾਰਾਜ ਜੀ ਕਹਿੰਦੇ 5 ਸਿੰਘ ਤਿਆਰ ਬਰ ਤਿਆਰ ਹੋਣ, ਜਦੋਂ ਖੰਡੇ ਦੀ ਪੌਲ ਤਿਆਰ ਕਰ ਰਹੇ ਹੋਣ ਜਾਂ ਜਦੋਂ 5 ਅਗਵਾਈ ਕਰ ਰਹੇ ਹੋਣ ਪੰਥ ਦੀ, ਮਹਾਰਾਜ ਜੀ ਕਹਿੰਦੇ ਉਹਨਾਂ 5 ਨੂੰ ਜਿਹੜੇ ਰਹਿਤ ਮਰਿਆਦਾ ਵਿੱਚ ਰਹਿਣੀ ਬਹਿਣੀ 'ਚ ਤਿਆਰ ਬਰ ਤਿਆਰ ਹੋਣ, ਕਹਿੰਦੇ ਉਹਨਾਂ ਨੂੰ ਸਾਡਾ ਰੂਪ ਕਰਕੇ ਜਾਣਨਾ ਹੈ। ਭੋਜਨ ਛਾਦਨ ਜੋ ਤਿਨ ਦੇ, ਤੇ ਕਹਿੰਦੇ ਜਦੋਂ ਮਨ 'ਚ ਇੱਛਾ ਹੋਵੇ ਕਿ ਕਲਗੀਧਰ ਨੂੰ ਭੋਜਨ ਛਕਾਉਣਾ ਹੈ, ਕਲਗੀਧਰ ਨੂੰ ਵਸਤਰ ਭੇਟ ਕਰਨੇ ਨੇ, ਕਹਿੰਦੇ ਉਹਨਾਂ 5 ਨੂੰ ਭੋਜਨ ਛਕਾਉਣਾ ਹੈ। 5 ਨੂੰ ਛਾਦਨ ਦਾ ਮਤਲਬ ਵਸਤਰ ਆਦਿਕ ਯਥਾ ਸ਼ਕਤ, ਜੇ ਭੇਟਾ ਕਰਨ ਦੀ ਕਾਂਖਾ ਹੋਵੇ ਤਾਂ ਉਹਨਾਂ 5 ਨੂੰ ਭੇਟ ਕਰਨੇ ਹਨ। ਮੋਕੋ ਪਹੁੰਚਾਵਤ ਸਿੱਖ ਸੇ, ਜਿਹੜੀ ਵਸਤੂ ਤੁਸੀਂ 5 ਸਿੰਘਾਂ ਨੂੰ ਭੇਟ ਕਰੋਗੇ, ਮਹਾਰਾਜ ਕਲਗੀਧਰ ਕਹਿੰਦੇ ਖਾਲਸਾ ਜੀ
ਉਹ ਮੇਰੇ ਤਾਈਂ ਪਹੁੰਚੇਗੀ, ਉਹ ਮੇਰੇ ਤੱਕ ਪ੍ਰਾਪਤ ਹੋਵੇਗੀ। ਜੋ ਪੰਜਾਂ ਨੂੰ ਤੁਸੀਂ ਇਹ ਭਾਵਨਾ ਨਾਲ ਕਿ ਅਸੀਂ ਗੁਰੂ ਕਲਗੀਧਰ ਨੂੰ ਭੇਟ ਕਰ ਰਹੇ ਹਾਂ, ਤਾਂ ਉਹ ਵਸਤੂ ਜਾਣ ਲਓ ਕਿ ਸਾਡੇ ਤੱਕ ਪਹੁੰਚੇਗੀ। ਹਾਂਜੀ, ਮਨੋ ਕਾਮਨਾ ਤਿਨ ਤੇ ਪ੍ਰਾਪਤ। ਔਰ ਜਿਹੜੀ ਅਰਦਾਸ ਤੁਸੀਂ ਉਹਨਾਂ ਪੰਜਾਂ ਕੋਲੋਂ ਕਰਵਾਓਗੇ, ਮਹਾਰਾਜ ਜੀ ਕਹਿੰਦੇ ਤੁਹਾਡੀ ਉਸ ਮਨੋ ਕਾਮਨਾ ਦੀ ਪੂਰਤੀ ਹੋਵੇਗੀ, ਤੁਹਾਡੀ ਇੱਛਾ ਦੀ ਪੂਰਤੀ ਹੋਵੇਗੀ। ਸ਼ਰਧਾ ਤਰੇ ਚਿੰਤ ਦੁਖ ਖਾਪਤ। ਜੇ ਸ਼ਰਧਾ ਧਾਰਨ ਕਰੋਗੇ ਤਾਂ ਗੱਲ ਸ਼ਰਧਾ ਦੀ ਆ ਨਾ। ਜਿਹਦੇ ਅੰਦਰ ਸ਼ਰਧਾ ਹੀ ਨਹੀਂ, ਉਹਨੇ ਕਹਿਣਾ ਜੀ ਇਹ ਤਾਂ ਬਸ ਉਦਾਂ ਹੀ ਕਰਮ ਕਿਰਿਆਵਾਂ ਨੇ। ਮਹਾਰਾਜ ਜੀ ਕਹਿੰਦੇ ਭਾਈ ਜਦੋਂ ਸ਼ਰਧਾ ਧਾਰਨ ਕਰੋਗੇ ਤਾਂ ਤੁਹਾਡੀ ਜਿਤਨੀ ਚਿੰਤਾ, ਜਿਤਨੇ ਦੁੱਖ ਨੇ ਉਹ ਦੂਰ ਹੋਣਗੇ। ਸਿੱਖ ਪੰਚਨ ਮੈਂ ਮੇਰੋ ਬਾਸਾ। ਮਹਾਰਾਜ ਜੀ ਕਹਿੰਦੇ ਜਿੱਥੇ ਪੰਜ ਸਿੰਘ ਤਿਆਰ ਬਰ ਤਿਆਰ ਹੋਣਗੇ ਨਾ, ਨਿਤਨੇਮੀ ਬਾਣੀ ਪੜਨ ਵਾਲੇ, ਰਹਿਤ ਮਰਿਆਦਾ ਚ ਪੱਕੇ, ਮਹਾਰਾਜ ਜੀ ਕਹਿੰਦੇ ਉਹਨਾਂ ਪੰਜਾਂ ਸਿੰਘਾਂ ਚ ਮੇਰਾ ਵਾਸਾ ਹੋਵੇਗਾ। ਸਿੰਘ ਪੰਚਨ ਮਹਿ ਮੇਰੋ ਬਾਸਾ। ਜਿਹੜੀ ਪੰਜਾਂ ਦੀ ਖੇਡ ਹੈ ਨਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ, ਉਹ ਗੁਰੂ ਨਾਨਕ ਸਾਹਿਬ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕਰ ਲਈ। ਜਦੋਂ ਕਿਹਾ ਪੰਚ ਪ੍ਰਵਾਨ ਪੰਚ ਪ੍ਰਧਾਨ। ਗੁਰੂ ਅਰਜਨ ਸਾਹਿਬ ਸ਼ਹੀਦੀ ਦੇਣ ਜਾਂਦੇ ਆ, ਪੰਜ ਸਿੱਖ ਨਾਲ ਸੀ। ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚ ਨਜ਼ਰਬੰਦ ਕੀਤੇ ਜਾਂਦੇ ਨੇ ਤੇ ਪੰਜ ਹੀ ਸਿੱਖ ਨਾਲ ਸੀ। ਨੌਵੇਂ ਪਾਤਸ਼ਾਹ ਜੀ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਸ਼ਹੀਦੀ ਦੇਣ ਜਾਂਦੇ ਨੇ ਤਾਂ ਮਹਾਰਾਜ ਜੀ ਦੇ ਨਾਲ ਵੀ ਪੰਜ ਹੀ ਸਿੱਖ ਗਏ ਨੇ। ਤੇ ਜਦੋਂ ਖਾਲਸੇ ਪੰਥ ਦੀ ਚੋਣ ਕਰਦੇ ਤੇ ਮਹਾਰਾਜ ਜੀ ਪੰਜਾਂ ਦੀ ਚੋਣ ਕਰਦੇ। ਤੇ ਹੁਣ ਮਹਾਰਾਜ ਜੀ ਕਹਿ ਰਹੇ ਨੇ ਪੰਜਾਂ ਸਿੰਘਾਂ ਵਿੱਚ ਮੇਰਾ ਵਾਸਾ ਹੈ। ਸਿੰਘ ਪੰਚਨ ਮਹਿ ਮੇਰੋ ਬਾਸਾ। ਪੰਜ ਸਿੰਘਾਂ ਦੇ ਵਿੱਚ ਮੇਰਾ ਵਾਸਾ ਹੈ। ਪੂਰਨ ਕਰੋ ਤਰੋ ਜੇ ਆਸਾ। ਜਦੋਂ ਪੰਜਾਂ ਸਿੰਘਾਂ ਦੇ ਕੋਲੋਂ ਤੁਸੀਂ ਅਰਦਾਸਾ ਕਰਵਾਓਗੇ, ਜਿਹੜੀ ਆਸ ਰੱਖ ਕੇ ਅਰਦਾਸ ਕਰਾਓਗੇ, ਮਹਾਰਾਜ ਜੀ ਕਹਿੰਦੇ ਤੁਹਾਡੀ ਉਹ ਆਸਾ ਮੈਂ ਪੂਰੀ ਕਰਾਂਗਾ, ਤੁਹਾਡਾ ਉਹ ਮਨੋਰਥ। ਖਾਲਸਾ ਜੀ ਪੰਥ ਪ੍ਰਕਾਸ਼ ਦੇ ਵਿੱਚ ਬਚਨ ਆਉਂਦਾ ਹੈ, ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਕਿ ਇਧਰ ਕੁੜਾਣੀ ਦੇ ਇਲਾਕੇ ਦੇ ਵਿੱਚ ਇੱਕ ਗੁਰਸਿੱਖ ਰਹਿੰਦਾ ਸੀ। ਉਹਦੇ ਘਰ ਜਿਹੜੀ ਲੜਕੀ ਸੀ, ਉਹ ਇਹ ਜਿਹੜੇ ਹਿੰਦਾਲੀਏ ਸਨ, ਉਹਨਾਂ ਦਾ ਟੱਬਰ, ਉਹਨਾਂ ਦਾ ਚੇਲਾ ਸੀ। ਸਿੰਘ ਦੇ ਮਨ 'ਚ ਗੁਰੂ ਖਾਲਸੇ ਪੰਥ ਤੇ ਭਰੋਸਾ ਸੀ। ਉਹਨੇ ਆਖਿਆ ਵੀ ਮੈਂ ਪੰਜਾਂ ਸਿੰਘਾਂ ਨੂੰ ਘਰ ਬੁਲਾ ਕੇ ਭੋਜਨ ਛਕਾਉਣਾ, ਵੀ ਮੇਰੇ ਘਰ ਸੰਤਾਨ ਨਹੀਂ, ਉਹ ਅਰਦਾਸ ਕਰਨਗੇ। ਪੰਜ ਸਿੰਘਾਂ ਨੂੰ ਉਹਨੇ ਘਰ ਸੱਦਿਆ ਤੇ ਉਹ ਲੜਕੀ ਦੇ ਜਿਹੜਾ ਪੇਕਾ ਪਰਿਵਾਰ ਸੀ ਉਹ ਆ ਗਏ ਸਿੰਘਾਂ ਨਾਲ। ਉਹਨਾਂ ਨੇ ਤੂੰ ਮੈਂ ਸ਼ੁਰੂ ਕਰ ਦਿੱਤੀ। ਗੱਲ ਇਹ ਹੋਈ, ਉਹ ਕਹਿਣ ਵੀ ਅਸੀਂ ਅਰਦਾਸ ਕਰਨੀ ਹੈ, ਸਾਡੀ ਅਰਦਾਸ ਨਾਲ ਪੋਤਾ ਆਵੇਗਾ, ਸੰਤਾਨ ਹੋਵੇਗੀ। ਪੰਜ ਸਿੰਘ ਕਹਿਣ ਲੱਗੇ ਵੀ ਖਾਲਸਾ ਪੰਥ ਅਰਦਾਸ ਕਰੇਗਾ, ਪੰਜਾਂ 'ਚ ਕਲਗੀਧਰ ਦਾ ਵਸ ਹੈ। ਉਹ ਕਹਿੰਦੇ ਵੀ ਫੈਸਲਾ ਕਿਵੇਂ ਹੋਵੇਗਾ? ਪ੍ਰਸ਼ਾਦਾ ਅਸੀਂ ਵੀ ਛਕਣ ਆਇਆ, ਤੁਸੀਂ ਵੀ ਛਕ ਕੇ ਚੱਲੇ ਹੋ। ਅਰਦਾਸ ਅਸੀਂ ਵੀ ਕੀਤੀ ਆ, ਤੁਸੀਂ ਵੀ ਕੀਤੀ ਹੈ। ਹੁਣ ਇਹ ਫੈਸਲਾ ਕਿਵੇਂ ਹੋਵੇਗਾ ਵੀ ਕਿਹਦੀ ਅਰਦਾਸ ਪ੍ਰਵਾਨ ਹੋਈ ਹੈ ਤੇ ਇਸ ਸਿੰਘ ਦੇ ਘਰ ਸੰਤਾਨ ਦਾ ਜਨਮ ਹੋਇਆ? ਪੰਜਾਂ ਸਿੰਘਾਂ ਨੇ ਬਚਨ ਕਿਹਾ ਵੀ ਜੇ 7 ਮਹੀਨਿਆਂ ਦੇ ਵਿੱਚ ਬੱਚੇ ਦਾ ਜਨਮ ਹੋ ਜਾਏ, 7ਵੇਂ ਮਹੀਨੇ, ਤਾਂ ਸਮਝ ਲਓ ਕਿ ਪੰਜਾਂ ਸਿੰਘਾਂ ਦੀ ਖਾਲਸੇ ਦੀ ਅਰਦਾਸ ਦੇ ਨਾਲ ਇਹਦੇ ਘਰ ਸੰਤਾਨ ਆਈ ਹੈ। ਤੇ ਜੇ 7 ਮਹੀਨਿਆਂ ਵਿੱਚ ਬਾਲਕ ਦਾ ਜਨਮ ਨਾ ਹੋਵੇ, 9 ਮਹੀਨਿਆਂ ਬਾਅਦ ਬਾਲਕ ਦਾ ਜਨਮ ਹੁੰਦਾ ਹੈ, ਤਾਂ ਫਿਰ ਸਮਝ ਲਓ ਖਾਲਸੇ ਦੀ ਅਰਦਾਸ ਪ੍ਰਵਾਨ ਨਹੀਂ ਹੋਈ, ਤੁਹਾਡੀ ਅਰਦਾਸ ਪ੍ਰਵਾਨ ਹੋਈ। ਤਰੀਕ ਲਿਖ ਲਓ, ਸਮਾਂ ਲਿਖ ਲਓ, ਅੱਜ ਤੋਂ 7 ਮਹੀਨਿਆਂ ਬਾਅਦ ਫਿਰ ਇਕੱਠੇ ਹੋਵਾਂਗੇ। ਖਾਲਸੇ ਨੇ ਅਰਦਾਸ ਕੀਤੀ, ਕਲਗੀਆਂ ਵਾਲੇ ਪਾਤਸ਼ਾਹ ਆਪਣੇ ਪੰਥ ਦੀ ਬਿਰਧ ਬਾਣੇ ਦੀ ਲਾਜ ਰੱਖੋ। ਅਰਦਾਸਾ ਪ੍ਰਵਾਨ ਹੋਇਆ। 7 ਮਹੀਨਿਆਂ ਬਾਅਦ ਹੀ ਉਸ ਸਿੱਖ ਦੇ ਘਰ ਇੱਕ ਲੜਕੇ ਨੇ, ਭੁਜੰਗੀ ਨੇ ਜਨਮ ਲਿਆ ਤੇ ਖਾਲਸੇ ਦੀ ਅਰਦਾਸ ਪ੍ਰਵਾਨ ਹੋਈ।
महाराज जी भाई रतन सिंह भंगू जी ने लिखिया, जो बचन गुरुदेव ने कहे सन भी सिंह पंचन मैं मोरो बासा, पंजा ਸਿੰਘਾਂ च मेरा वासा, मैं पंजा च निवास रखदा हां। जो पंज कर देण वो समुचे पंथ नूं प्रवान होना चाहिए। ये पंजां दी परंपरा, पंजां दी मर्यादा समुचे खालसे पंथ विच खुद गुरु कलगीधर ने चलाई। और जदों पंजां नूं गुरियाई दित्ती है महाराज जी नूं चमकौर दी गढ़ी विच दित्ती है। भाई दया सिंह, भाई धर्म सिंह, भाई मान सिंह, भाई संगत सिंह ते भाई संत सिंह, ये पंज सिंह सन जिन्हां नूं महाराज जी ने परिक्रमा करके गुरियाई दित्ती चमकौर दी गढ़ी विच। अपनी कलगी ਸਿੰਘਾਂ ਦੇ ਸੀਸ ਤੇ ਸਜਾਉਂਦੇ, ਆਪਣੇ ਗਾਤਰੇ ਦੀ ਸ਼੍ਰੀ ਸਾਹਿਬ ਸਿੰਘਾਂ ਦੇ ਗਾਤਰੇ ਚ ਪਾ ਕੇ ਉਹਨਾਂ ਦੀਆਂ ਤਿੰਨੇ ਪ੍ਰਕਰਮਾਂ ਕਰਦਿਆਂ ਕਹਿੰਦੇ, ਖਾਲਸਾ ਮੋਹ ਮੈਂ ਖਾਲਸੇ ਮੈਂ, ਖਾਲਸਾ ਮੋਹ ਮੈਂ ਖਾਲਸੇ ਮੈਂ। ਖਾਲਸੇ ਪੰਥ ਦੀ ਉਹ ਮਹਾਨ ਘਾਲਣਾ ਸੀ। ਦੁਨੀਆ ਦੀ ਪੜ੍ਹਾਈ ਜਿਹੜੀ ਅਧਿਆਤਮਿਕ ਜਗਤ ਦੀ ਪੜ੍ਹਾਈ ਸੀ, उस पढ़ाई का शिखर का पेपर सी चमकौर दी गढ़ी दा। और उस चमकौर दी गढ़ी दे उस वड्डे पेपर दे विच, इम्तिहान दे विच खालसे ने पहले नंबर का स्थान प्राप्त किया ते कलगीधर ने खुश होकर खालसे नूं गुरियाई दित्ती है। महाराज जी कहते हैं, मेरा पंजां विच वासा है, सिंह पंचन मैं मोरो बासा। पंज ਸਿੰਘਾਂ ਦੇ ਵਿੱਚ ਜਿਹੜੇ ਤਿਆਰ ਵਰ ਤਿਆਰ ਹੋਣ, ਰਹਿਣੀ ਬਹਿਣੀ ਦੇ ਵਿੱਚ ਪੱਕੇ ਹੋਣ, ਉਹਨਾਂ ਵਿੱਚ ਮੇਰਾ ਵਾਸਾ ਹੈ। आयुध विद्या को अभ्यासो। महाराज जी होर हुक्म करते हैं, खालसा जी ढिले मੱਠੇ नहीं पै जाना, शस्त्र विद्या का अभ्यास करना है। आयुध विद्या को अभ्यासो, शस्त्र विद्या का अभ्यास करना हमेशा। ये नहीं भी सिंह का बच्चा होवे तो उन्होंने तलवार भी ना फड़नी आवे, सिंह का बच्चा होवे उन्होंने घोड़े भी चढ़ना ना आउंदा होवे, सिंह का बच्चा होवे उन्होंने सीस ते दस्तार भी सजाउणी ना आउंदी होवे। महाराज जी कहते हैं, खालसा जी शस्त्र विद्या का अभ्यास नित करना, ये हुक्म है गुरुदेव का। यानी कि शस्त्र जदों जिहड़ी विद्या का तुसीं अभ्यास करोगे वो तुहाडे च रहेगी, जिहड़ी विद्या नूं तुसीं छड्ड दिओगे ते समाप्त हो जाएगी। विद्वानां दा कथन है, बिख विद्या अभ्यास बिन भोजन गरल अगाए। जदों अभ्यास ही ना करोगे तो विद्या जहर बन जाएगी। जिहड़ी विद्या ने तुहानू पालना उल्टा तुहाडा नुकसान करेगी जो दा अभ्यास ही ना करोगे तो। इस करके पातशाह का हुक्म है शस्त्र विद्या का अभ्यास करना। जथेबंदियां संस्थावां यतनशील ने हुण नौजवान बच्चों दे विच शस्त्र विद्या का अभ्यास करना, अखाड़े सजाउणे, गतके दे कंपीटीशन करने, मुकाबले होने, उत्साहित कर रहे ने। और योग कार्रवाई है, देर आए दुरुस्त आए। तो सारियां नूं इहदे विच यतनशील होना चाहिए। जिथे जिथे भी कोई गतके दे अखाड़े सजदे ने उन्हां पास अपने बच्चिआं नूं भेज के छुट्टियां दे समय दौरान जिहड़ा छुट्टियां दा टाइम मोबाइलां ते खराब करन दी बजाय उन्हां बच्चिआं नूं गतका विद्या सीखण वास्ते, शस्त्र विद्या सीखण वास्ते अखाड़ियां च भेजना चाहिए, तां जो गुरु साहब जी की बख्शी हुई उस विद्या की प्रथा वो अगलियां पीढ़ियां तक असी उस तरह ले जा सकीए। और नाल बेनती है गतका खिडाण वाले, सिखाउण वाले वीरां नूं ते गतका खेडण वाले वीरां नूं, गतके नूं गतका रहण दिओ, गतके नूं बाजीगरी का तमाशा ना बनाओ। आम करके अजकल बाजीगरी का तमाशा बना दिता गतके नूं, टूपां तोड़दियां, अग लाणी, मूँह दे विच तेल पा के, ये गतके का प्रदर्शन नहीं, मुड़ के केस भी सड़ते है। घण लै के नारियल तोड़ने,
ਉਹ ਪਿੱਛੇ ਜੀ ਇੱਕ ਵੇਖਿਆ ਸੀ, ਨਾਰੀਅਲ ਤੋੜਦੇ ਤੋੜਦੇ ਸਿੰਘ ਦੇ ਮੱਥੇ ਦੇ ਉੱਤੇ ਹੀ ਘਣ ਮਾਰ ਦਿੱਤਾ ਸੀ। ਦੇਵਨੇਤ ਸ਼ੁਕਰ ਹੈ ਵੀ ਉਹਨੂੰ ਕੁਝ ਹੋਇਆ ਨਹੀਂ। ਮੋਟਰਸਾਈਕਲ ਮੋਢਿਆਂ ਦੇ ਨਾਲ ਬੰਨ੍ਹ ਕੇ ਸੱਜੇ ਖੱਬੇ ਚਲਾਉਣੇ, ਇਹ ਗੱਤਕੇ ਦਾ ਪ੍ਰਦਰਸ਼ਨ ਨਹੀਂ ਹੈ, ਇਹ ਸ਼ਸਤਰ ਵਿਦਿਆ ਨਹੀਂ ਹੈ, ਇਹ ਬਾਜੀਗਰੀ ਦਾ ਤਮਾਸ਼ਾ ਹੈ। ਜਾਂ ਤੁਸੀਂ ਬਾਣਾ ਲਾ ਕੇ ਉਹ ਬਾਜੀਗਰੀ ਦਾ ਤਮਾਸ਼ਾ ਕਰੋ, ਫਿਰ ਕੋਈ ਆਪੱਤੀ ਨਹੀਂ ਹੈ, ਪਰ ਤੁਸੀਂ ਗੱਤਕੇ ਦੇ ਨਾਂ ਦੇ ਉੱਤੇ ਇਦਾਂ ਦੇ ਤਮਾਸ਼ੇ ਵਿਖਾਉਂਦੇ ਜੇ। ਇਹ ਤਮਾਸ਼ੇ ਜਿਹੜੇ ਨੇ ਗੱਤਕੇ ਦੇ ਨਾਂ ਦੇ ਉੱਤੇ ਲੋਕਾਂ ਵਿੱਚ ਨਾ ਪਰੋਸੋ। ਬਕਾਇਦਾ ਪਿੱਛੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਬਕਾਇਦਾ ਹੁਕਮਨਾਮਿਆਂ ਵੀ ਜਾਰੀ ਹੋਇਆ, ਪਰ ਫਿਰ ਵੀ ਗੱਤਕਾ ਟੀਮਾਂ ਜਿਹੜੀਆਂ ਨੇ, ਗੱਤਕਾ ਖੇਡਣ ਵਾਲੇ ਜਿਹੜੇ ਵੀਰ ਨੇ, ਉਹ ਬਾਅਦ ਨਹੀਂ ਆਉਂਦੇ। ਅਕਾਲ ਤਖਤ ਸਾਹਿਬ ਤੋਂ ਬਕਾਇਦਾ ਹੁਕਮ ਹੈ ਕਿ ਕੇਵਲ ਗੱਤਕਾ ਪ੍ਰਦਰਸ਼ਨ ਜਿਹੜੀ ਸਾਡੀ ਪੁਰਾਤਨ ਵਿਦਿਆ ਹੈ ਉਸੇ ਦਾ ਪ੍ਰਚਾਰ ਪ੍ਰਸਾਰ ਕਰਨਾ। ਇਦਾਂ ਦੇ ਇਹਨੂੰ ਸਟੰਟ ਕਹਿੰਦੇ ਆ, ਕਹਿੰਦੇ ਸਟੰਟਬਾਜ਼ੀਆਂ ਨਹੀਂ ਕਰਨੀਆਂ, ਇਹ ਸਾਡਾ ਕੰਮ ਨਹੀਂ ਹੈ। ਜਿਨ੍ਹਾਂ ਦਾ ਹੈ ਉਹਨਾਂ ਨੂੰ ਸੋਭੇ। ਖਾਲਸੇ ਪੰਥ ਦਾ ਕੰਮ ਹੈ ਨਿਆਰਾ ਰਹਿਣਾ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਟੀਵੀਆਂ ਦੇ ਉੱਤੇ ਝੂਠੀਆਂ ਸ਼ੋਹਰਤਾਂ ਪ੍ਰਾਪਤ ਕਰਨ ਵਾਸਤੇ ਉਹ ਸ਼ਸਤਰ ਵਿਦਿਆ ਦਾ ਜਲੂਸ ਕੱਢ ਰਹੇ ਨੇ। ਕਦੇ ਦੁਮਾਲੇ ਲੈ ਜਾਂਦੇ ਆ ਸਿਰਾਂ ਦੇ ਉੱਤੋਂ ਖੇਡਦਿਆਂ ਤੇ ਮੋਟਰਸਾਈਕਲ ਦੁਮਾਲਿਆਂ ਦੇ ਉੱਤੋਂ ਦੀ ਕੱਢਣੇ, ਸਿਰਾਂ ਦੇ ਉੱਤੋਂ ਦੀ ਕੱਢਣੇ। ਇਹ ਸ਼ਸਤਰ ਵਿਦਿਆ ਨਹੀਂ ਹੈ ਭਾਈ, ਸੁਚੇਤ ਹੋਵੋ। ਇਦਾਂ ਦੀ ਜਦੋਂ ਵਿਦਿਆ, ਜਦੋਂ ਗੱਤਕਾ ਖੇਡਦੇ ਆ ਨਾ, ਇਦਾਂ ਦਾ ਸਟੰਟ ਵਗੈਰਾ ਕਰਦੇ ਆ, ਤੇ ਫਿਰ ਜਿਹੜੀਆਂ ਕਈ ਵੀਰ ਬੁਲਾਉਂਦੇ ਆ ਨਾ ਟੀਮਾਂ, ਉਹ ਫਿਰ ਕਹਿੰਦੇ ਸਾਨੂੰ ਜੀ ਉਹ ਸਟੰਟ ਵੀ ਵਿਖਾਉਣੇ ਆ। ਤੇ ਗੱਤਕਾ ਟੀਮਾਂ ਨੇ ਆਪੋ ਵੱਖਰੇ ਵੱਖਰੇ ਰੇਟ ਰੱਖੇ ਹੁੰਦੇ ਆ ਵੀ ਜੇ ਉਹ ਸਟੰਟ ਵੇਖਣੇ ਆ, ਟੂਪਾਂ ਤੋੜਦੀਆਂ ਜਾਂ ਅੱਗ ਕੱਢਣੀਆਂ ਜਾਂ ਆ ਸਿੱਲੀਆਂ ਤੋੜਦੀਆਂ ਨੇ ਬਰਫ਼ ਦੀਆਂ, ਜਾਂ ਸਰੀਏ ਮੋਸਣੇ ਨੇ ਗਰਦਨ ਦੇ ਨਾਲ, ਤੇ ਜੀ ਉਹਦੇ ਵਾਸਤੇ ਫਿਰ ਸਾਡਾ ਵੱਖਰਾ ਐਕਸਟਰਾ ਚਾਰਜ ਹੋਵੇਗਾ। ਤੇ ਜਿਹੜੇ ਵਧੀਆ ਗੱਤਕਾ ਖੇਡਣ ਵਾਲੇ ਸਿੰਘ ਹੁੰਦੇ ਆ ਉਹਨਾਂ ਨੂੰ ਪਿੱਛੇ ਕਰ ਦਿੰਦੇ ਜੀ, ਇਹਨਾਂ ਨੂੰ ਤਾਂ ਸਟੰਟ ਨਹੀਂ ਆਉਂਦੇ, ਤਾਂ ਬਸ ਤਲਵਾਰ ਘੁਮਾਉਂਦੇ ਆ ਜਾਂ ਸੋਟੀ ਲਾਉਂਦੇ ਆ ਜਾਂ ਡਾਂਗ ਖੇਡਦੇ ਆ ਜੀ, ਜਾਂ ਉਹ ਕਹਿੰਦੇ ਇਹ ਥੋੜੀ ਵਿਦਿਆ ਉਹ ਹੈ ਜਿਹੜੀਆਂ ਉਹ ਟੂਪਾਂ ਤੋੜਦੇ। ਉਹ ਜਿਹੜੇ ਚੰਗੇ ਸਿੰਘ ਗੱਤਕਾ ਖੇਡਣ ਵਾਲੇ ਨੇ ਉਹਨਾਂ ਨੂੰ ਫਿਰ ਪਿੱਛੇ ਕਰ ਦਿੱਤਾ ਜਾਂਦਾ। ਇਸ ਕਰਕੇ ਵੀਰੋ, ਇਹ ਸ਼ਸਤਰ ਵਿਦਿਆ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਵਿਦਿਆ ਹੈ। ਛੇਵੇਂ ਪਾਤਸ਼ਾਹ ਨੇ ਦਿੱਤੀ ਆਪਣੇ ਸਿੱਖਾਂ ਨੂੰ। ਜਿਹੜੀ ਇਹ ਸ਼ਸਤਰ ਵਿਦਿਆ, ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਤੋਂ ਆਈ ਹੈ ਪੰਥ ਦੇ ਵਿੱਚ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ੀ ਹੋਈ ਇਸ ਵਿਦਿਆ ਦਾ ਨਿਰਾਦਰ ਨਾ ਕਰੋ ਭਰਾਵੋ। ਮਹਾਰਾਜ ਜੀ ਦੀ ਇਸ ਵਿਦਿਆ ਦਾ ਸਤਿਕਾਰ ਕਰੋ। ਕਲਗੀਧਰ ਪਾਤਸ਼ਾਹ ਕਹਿ ਰਹੇ ਨੇ, ਆਯੁਧ ਵਿਦਿਆ ਕੋ ਅਭਿਆਸੋ। ਹੇ ਭਾਈ, ਸ਼ਸਤਰ ਵਿਦਿਆ ਦਾ ਅਭਿਆਸ ਕਰੋ। ਇਹ ਟੂਪਾਂ ਕਿਹੜੇ ਸ਼ਸਤਰ ਵਿੱਚ ਆਉਂਦੀਆਂ ਨੇ ਭਾਈ? ਜਿਹੜੇ ਆ ਸਰੀਏ ਮੋਸਦੇ ਹੋ ਤੁਸੀਂ ਗਲਾਂ ਦੇ ਨਾਲ, ਇਹ ਕਿਹੜੀ ਵਿਦਿਆ ਹੈ ਭਾਈ? ਜਾਂ ਜਿਹੜੀਆਂ ਬਰਫਾਂ ਦੀਆਂ ਸਿੱਲੀਆਂ ਘਣਾ ਦੇ ਨਾਲ ਛਾਤੀਆਂ ਤੇ ਰੱਖ ਤੋੜਦੇ ਹੋ, ਇਹ ਕਿਹੜਾ ਸ਼ਸਤਰ ਹੈ ਭਾਈ? ਇਹ ਕਿਹੜੀ ਸ਼ਸਤਰ ਵਿਦਿਆ ਦਾ ਅਭਿਆਸ ਹੈ? ਕਿਸ ਰਾਹੇ ਚੱਲ ਪਏ ਆਪਾਂ? ਮਹਾਰਾਜ ਜੀ ਨੇ ਬਚਨ ਕੀਤਾ, ਆਯੁਧ ਵਿਦਿਆ ਕੋ ਅਭਿਆਸੋ। ਸ਼ਸਤਰ ਵਿਦਿਆ ਦਾ ਅਭਿਆਸ ਕਰੋ। ਬਨੋ ਵੀਰ ਅਰਸ ਮੁਖ ਬਿਨਾਸ਼ੋ। ਔਰ ਵੀਰ ਬਣੋ। ਮਹਾਰਾਜ ਜੀ ਕਹਿੰਦੇ ਯੋਧੇ ਬਣੋ, ਔਰ ਸਨਮੁਖ ਹੋ ਕੇ ਜਦੋਂ ਲੋੜ ਪਵੇ ਰਣ ਭੂਮੀ ਵਿੱਚ, ਜੰਗ ਦੇ ਮੈਦਾਨ ਵਿੱਚ ਵੈਰੀ ਦਾ ਵਿਨਾਸ਼ ਕਰੋ। ਇਹ ਸ਼ਸਤਰ ਵਿਦਿਆ ਦਾ ਅਭਿਆਸ ਦੁਸ਼ਮਣ ਦੇ ਵਿਨਾਸ਼ ਲਈ ਹੈ, ਦੁਸ਼ਮਣ ਦੇ ਨਾਸ਼ ਲਈ ਹੈ। ਜਗਤ ਪਦਾਰਥ ਸਗਰੇ ਪਾਵੋ। ਇਹਦੇ ਨਾਲ ਤੁਹਾਨੂੰ ਜਗਤ ਦੇ ਵੀ ਸਾਰੇ ਪਦਾਰਥ ਪ੍ਰਾਪਤ ਹੋਣਗੇ। ਜਦੋਂ ਸ਼ਸਤਰ ਵਿਦਿਆ ਦੇ ਧਾਰਨੀ ਹੋ ਕੇ ਦੁਸ਼ਮਣਾਂ ਦਾ ਨਾਸ਼ ਕਰੋਗੇ, ਤੁਹਾਡਾ ਆਪਣਾ ਰਾਜ ਹੋਵੇਗਾ ਖਾਲਸਾ ਜੀ। ਕਿਉਂਕਿ ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ। ਤੇ ਜਦੋਂ ਤੁਹਾਡਾ ਆਪਣਾ ਰਾਜ ਹੋਵੇਗਾ, ਤੁਹਾਡੇ ਕੋਲ ਕਿਸੇ ਵਸਤ ਦੀ ਕਮੀ ਨਾ ਹੋਵੇਗੀ। ਤੁਸੀਂ ਸਰਬ ਪ੍ਰਕਾਰ ਦੇ ਪਦਾਰਥਾਂ ਨੂੰ ਭੋਗੋਗੇ। ਭੋਗੋ ਆਪ ਪੇ ਅਵਰ ਭੁਗਾਵੋ। ਕਹਿੰਦੇ ਜਗਤ ਦੇ ਪਦਾਰਥ ਜਿੱਥੇ ਆਪ ਭੋਗਣੇ ਨੇ, ਭਾਵ ਜਿੱਥੇ ਆਪ ਸੁੱਖ ਮਾਣਨੇ ਨੇ, ਉੱਥੇ ਦੂਜੇ ਲੁਕਾਈ ਨੂੰ ਵੀ ਸੁੱਖ ਦੇਣੇ ਨੇ। ਇਹ ਨਹੀਂ ਕਿ ਖਾਲਸਾ ਕੇਵਲ ਲੋਕਾਂ ਦੀ ਥਾਲੀ ਵਿੱਚੋਂ ਚੁੱਕ ਕੇ ਆਪਣਾ ਭੇਟ ਭਰ ਲਵੇ। ਕਹਿੰਦੇ ਭਾਈ, ਜਿੰਨਾ ਤੁਹਾਨੂੰ ਮਿਲੇ ਉਹਨੂੰ ਅੱਗੇ ਹੋਰਨਾਂ ਵਿੱਚ ਵੰਡ ਕੇ ਸਾਰਿਆਂ ਨੂੰ ਸੰਤੁਸ਼ਟ ਕਰਨਾ।
ਖਾਲਸੇ ਦੇ ਰਾਜ ਵਿੱਚ ਕੋਈ ਆਕੀ ਨਾ ਰਹੇ, ਕੋਈ ਦੁਖੀ ਨਾ ਰਹੇ। ਰਾਜ ਕਰੇਗਾ ਖਾਲਸਾ, ਆਕੀ ਦਾ ਮਤਲਬ ਹੁੰਦਾ ਦੁਖੀ ਨਾ ਹੋਵੇ ਕੋਈ ਖਾਲਸੇ ਦੇ ਰਾਜ ਵਿੱਚ। ਇਹ ਖਾਲਸੇ ਦਾ ਰਾਜ ਹੈ ਵੀ ਜਿਹਦੇ ਚ ਕੋਈ ਦੁਖੀ ਨਾ ਹੋਵੇ। ਦੁਖੀ ਹੋਵੇ ਤੇ ਖਾਲਸਾ ਵੇਖਦਿਆਂ ਸਾਰ ਤਰਸ ਦੇ ਘਰ ਵਿੱਚ ਆ ਜਾਏ। ਇੱਕ ਦੁਖੀ ਬ੍ਰਾਹਮਣ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਕਗਿਆ ਕੇ ਰੋਇਆ। ਸਿੰਘ ਲੰਗਰ ਪੇ ਛਕਦੇ ਸੀ। ਆਖਿਆ ਪੰਡਤ ਜੀ ਕੀ ਗੱਲ? ਕਹਿੰਦਾ ਕਸੂਰ ਦੇ ਇੱਕ ਪਠਾਨ ਨੇ ਮੇਰੀ ਲੜਕੀ ਨੂੰ ਜ਼ਬਰਦਸਤੀ ਆਪਣੇ ਘਰ ਲਿਜਾਣਾ ਕੀਤਾ। ਮੇਰੀ ਉੱਥੇ ਕਿਸੇ ਫਰਿਆਦ ਨਹੀਂ ਸੁਣੀ। ਖਾਲਸਾ ਜੀ ਮੈਂ ਤੁਹਾਡੀ ਸ਼ਰਨ ਚ ਆਇਆ, ਤੁਸੀਂ ਰੱਖਿਆ ਕਰੋ। ਉਸੇ ਵਕਤ ਪ੍ਰਸ਼ਾਦਾ ਵੀ ਵਿੱਚੇ ਛੱਡ ਕੇ, ਹਾਲਾਂਕਿ ਤਰਨਾ ਦਲ ਇੱਧਰ ਆਇਆ ਹੋਇਆ ਸੀ, ਬੁੱਢਾ ਦਲ ਸਿੰਘ ਸਾਰੇ ਇਕੱਠੇ ਨਹੀਂ ਸਨ। ਕੁਝ ਸਿੰਘ ਸਨ ਅਕਾਲ ਤਖਤ ਸਾਹਿਬ ਤੋਂ ਅਰਦਾਸਾ ਕਰਕੇ ਕਸੂਰ ਤੇ ਜਾ ਕੇ ਦਿਨੇ ਦੁਪਹਿਰ ਦੇ ਸਮੇਂ ਹਮਲਾ ਕਰਕੇ ਕਸੂਰ ਤੇ ਫਤਿਹ ਪ੍ਰਾਪਤ ਕਰਕੇ ਉਸ ਬ੍ਰਾਹਮਣ ਦੀ ਲੜਕੀ ਛੁਡਾ ਕੇ ਬ੍ਰਾਹਮਣ ਦੇ ਹਵਾਲੇ ਕੀਤੀ। ਖਾਲਸਾ ਕਿਸੇ ਦਾ ਦੁੱਖ ਨਹੀਂ ਵੇਖ ਸਕਦਾ। ਖਾਲਸੇ ਦੇ ਰਾਜ ਦੇ ਵਿੱਚ ਕੋਈ ਆਕੀ ਦਾ ਮਤਲਬ ਦੁਖੀ ਹੈ। ਆਮ ਕਰਕੇ ਕਈ ਕਰ ਦਿੰਦੇ ਬਾਕੀ ਰਹੇ ਨਾ ਕੋਏ। ਬਾਕੀ ਨਹੀਂ ਹੈ ਆਕੀ ਦਾ ਮਤਲਬ ਖਾਲਸੇ ਦੇ ਰਾਜ 'ਚ ਕੋਈ ਦੁਖੀ ਨਹੀਂ ਹੈ। ਇਹੋ ਜਿਹਾ ਰਾਜ ਖਾਲਸੇ ਨੇ ਕੀਤਾ ਹੈ। ਮਹਾਰਾਜ ਜੀ ਕਹਿੰਦੇ ਜਿੱਥੇ ਆਪ ਸੁੱਖ ਭੋਗਣੇ ਨੇ ਉੱਥੇ ਦੂਜਿਆਂ ਨੂੰ ਵੀ ਸੁੱਖ ਭੋਗਣੇ ਹਨ। ਮਰੋ ਯੁੱਧ ਮੈਂ ਸੁਰਗ ਸਿਧਾਰੋ। ਜੇ ਰਣ ਭੂਮੀ 'ਚ ਲੜਦਿਆਂ ਮਰ ਜਾਓਗੇ, ਸ਼ਹੀਦੀਆਂ ਪਾ ਜਾਓਗੇ, ਤਾਂ ਸ਼ਹੀਦੀਆਂ ਤੋਂ ਬਾਅਦ ਵੀ ਤੁਹਾਨੂੰ ਬੈਕੁੰਠ ਵਿੱਚ ਪਰਲੋਕ ਦਾ ਸੁੱਖ ਪ੍ਰਾਪਤ ਹੋਵੇਗਾ। ਸੈ ਕਾਮੀ ਸੁਖ ਸਕਲ ਬਿਹਾਰੋ। ਤੇ ਜੇ ਕਾਮਨਾ ਰੱਖ ਕੇ ਸ਼ਹੀਦੀ ਪਾਓਗੇ ਤਾਂ ਤੁਹਾਨੂੰ ਮੁੜ ਕੇ ਜਨਮ ਮਿਲੇਗਾ, ਰਾਜੇ ਬਣ ਕੇ, ਬਾਦਸ਼ਾਹ ਬਣ ਕੇ ਰਾਜ ਕਰੋਗੇ। ਨੈ ਕਾਮੀ ਓਏ ਮੁਝ ਸੋ ਮੇਲ। ਤੇ ਜਿਹੜੇ ਨਿਸ਼ਕਾਮ ਹੋ ਕੇ ਸ਼ਹੀਦੀਆਂ ਪਾਓਗੇ ਉਹ ਮੈਨੂੰ ਆ ਮਿਲੋਗੇ, ਉਹ ਮੇਰੇ ਸਰੂਪ ਵਿੱਚ ਆ ਕੇ ਭੇਦ ਹੋ ਜਾਓਗੇ। ਸਹਿਕਾਮੀਆਂ ਨੂੰ ਵੀ ਮੇਰਾ ਸਰੂਪ ਮਿਲੇਗਾ, ਪਰ ਇੱਕ ਵਾਰੀ ਜਾ ਕੇ ਧਰਤੀ ਤੇ ਰਾਜ ਭੋਗਣਗੇ। ਰਾਜ ਭੋਗ ਕੇ ਤਪ ਕਰਕੇ ਉਹ ਮੁੜ ਕੇ ਫਿਰ ਮੇਰੇ ਵਿੱਚ ਹੀ ਆ ਕੇ ਸਮਾ ਜਾਣਗੇ। ਤੇ ਜਿਹੜੇ ਨਿਸ਼ਕਾਮੀ ਹੋ ਕੇ ਸ਼ਹੀਦੀਆਂ ਪਾਉਣਗੇ, ਮਹਾਰਾਜ ਜੀ ਕਹਿੰਦੇ ਉਹ ਨਿਸ਼ਕਾਮ ਹੋ ਕੇ ਸ਼ਹੀਦੀਆਂ ਪਾਉਣ ਵਾਲੇ ਸ਼ਹੀਦ ਉਹ ਸਿੱਧੇ ਮੇਰੇ ਵਿੱਚ ਆ ਕੇ ਅਭੇਦ ਹੋਣਗੇ। ਪਰੇ ਨ ਜਨਮ ਮਰਨ ਕੋ ਗੈਲ। ਉਹਨਾਂ ਨੂੰ ਜਨਮ ਮਰਨ ਦੀ ਗੈਲ 'ਚ ਨਹੀਂ ਪੈਣਾ ਪਵੇਗਾ, ਉਹਨਾਂ ਨੂੰ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਪੈਣਾ ਪਵੇਗਾ। ਕਰੋ ਇਸ਼ਨਾਨ ਨਾਮ ਅਰਦਾਨ। ਨਾਮ, ਦਾਨ ਤੇ ਇਸ਼ਨਾਨ, ਇਹਨਾਂ ਤਿੰਨਾਂ 'ਚ ਦ੍ਰਿੜ ਰਹਿਣਾ। ਇੱਥੇ ਤਿੰਨਾਂ ਦਾ ਜ਼ਿਕਰ ਆ ਗਿਆ। ਕਰੋ ਇਸ਼ਨਾਨ, ਫਿਰ ਨਾਮ, ਅਰਦਾਨ। ਇੱਕ ਮਹਾਂਪੁਰਸ਼ ਸਨ ਇੱਧਰ ਰਵਾਲੋਂ ਦੇ ਇਲਾਕੇ 'ਚ ਹੁੰਦੇ ਸਨ। ਉਹ ਕਹਿੰਦੇ ਤਿੰਨੇ ਚੀਜ਼ਾਂ ਮੰਗਿਆ ਕਰੋ ਸਤਿਗੁਰਾਂ ਦੇ ਚਰਨਾਂ 'ਚ। ਉਹਨਾਂ ਦਾ ਨਾਂ ਸੀ ਸੰਤ ਬਾਬਾ ਸਾਵਣ ਸਿੰਘ ਜੀ। ਕਈ ਸਾਲ ਹੋ ਗਏ ਸਰੀਰ ਤਿਆਗ ਗਏ। ਚੰਗੀ ਅਵਸਥਾ ਦੀ ਤੁਰਿਆ ਪਦ ਦੀ ਖੇਡ ਹੀ ਕਹਿ ਸਕਦੇ। ਉਹ ਕਹਿੰਦੇ ਤਿੰਨ ਚੀਜ਼ਾਂ ਮੰਗਿਆ ਕਰੋ, ਨਾਮ, ਦਾਨ, ਇਸ਼ਨਾਨ। ਤਿੰਨਾਂ 'ਚ ਸਾਰਾ ਕੁਝ ਹੀ ਆ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਇਸ਼ਨਾਨ ਮੰਗੋਗੇ ਮਹਾਰਾਜ ਇਸ਼ਨਾਨ ਬਖਸ਼ੋ, ਇਸ਼ਨਾਨ ਤੰਦਰੁਸਤ ਬੰਦਾ ਹੀ ਕਰ ਸਕਦਾ, ਰੋਜ਼ ਬਿਮਾਰ ਤਾਂ ਨਹੀਂ ਕਰ ਸਕਦਾ। ਜਦੋਂ ਇਸ਼ਨਾਨ ਮੰਗੋਗੇ ਤੰਦਰੁਸਤੀ ਆ ਗਈ ਨਾਲ, ਸਰੀਰ ਨਿਰੋਗ ਹੋਵੇਗਾ, ਤਦੇ ਇਸ਼ਨਾਨ ਪਾਨ। ਫਿਰ ਦਾਨ, ਦਾਨ ਤਦੇ ਕਰੋਗੇ ਜੇ ਆਪਣੇ ਪੱਲੇ ਕੁਝ ਹੋਵੇਗਾ, ਜਦੋਂ ਉਹਦੇ ਨਾਲ ਖਜ਼ਾਨਾ ਵੀ ਆ ਗਿਆ। ਨਾਮ, ਜਦੋਂ ਨਾਮ ਮੰਗੋਗੇ ਤੇ ਫਿਰ ਹਿਰਦੇ ਦੀ ਸ਼ਾਂਤੀ, ਸਕੂਨ, ਸ਼ੁਭ ਗੁਣ, ਉਹ ਸਾਰਾ ਕੁਝ ਹੀ ਆ ਜਾਏਗਾ। ਇਸ ਕਰਕੇ ਕਲਗੀਧਰ ਪਾਤਸ਼ਾਹ ਕਹਿੰਦੇ ਕਰੋ ਇਸ਼ਨਾਨ, ਨਾਮ ਯਾਰ ਦਾਨ। ਇਸ਼ਨਾਨ ਕਰਨਾ, ਨਾਮ ਜਪਣਾ ਔਰ ਦਾਨ ਕਰਨਾ ਹੈ। ਪ੍ਰੇਮ ਸਹਿਤ ਲਹੋ ਕਲਿਆਣ। ਇਦਾਂ ਕਰਦਿਆਂ ਪ੍ਰੇਮ ਸਹਿਤ ਤੁਸੀਂ ਕਲਿਆਣ ਨੂੰ, ਮੁਕਤੀ ਨੂੰ ਪ੍ਰਾਪਤ ਹੋਵੋਗੇ। ਬਿਦਤ ਖਾਲਸਾ ਪੰਥ ਭਵਿੱਖ। ਮਹਾਰਾਜ ਜੀ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਸਾਡਾ ਖਾਲਸਾ ਪੰਥ ਹੋਰ ਵਿਦਤ ਹੋਵੇਗਾ, ਪ੍ਰਗਟ ਹੋਵੇਗਾ। ਅਵਨੀ ਰਾਜ ਕਰੇ ਮਿਲ ਸਿੱਖ। ਮੇਰਾ ਖਾਲਸਾ ਇਸ ਧਰਤੀ ਤੇ ਰਾਜ ਕਰੇਗਾ।
ਮੇਰੇ ਖਾਲਸੇ ਦਾ ਇਸ ਧਰਤੀ ਤੇ ਰਾਜ ਹੋਵੇਗਾ। दिन प्रत तुर्क नाश को प्राप्त। ਆ ਜਿਹੜੇ ਮਲੇਛ ਜਿਨ੍ਹਾਂ ਦਾ ਇਸ ਵੇਲੇ ਰਾਜ ਹੈ, ਦਿਨ ਪ੍ਰਤੀ ਦਿਨ ਇਹਨਾਂ ਮਲੇਛਾਂ ਦਾ ਰਾਜ ਖਤਮ ਹੋਵੇਗਾ, ਨਾਸ਼ ਹੋਵੇਗਾ। बचे जे रंक होए ले आपत। ਜੇ ਕੋਈ ਇਹਨਾਂ ਚੋਂ ਮਲੇਛ ਬਚਿਆ ਵੀ, ਮਹਾਰਾਜ ਜੀ ਕਹਿੰਦੇ ਉਹ ਵੀ ਆਪਤ ਵਿੱਚ ਹੋਏ, ਦੁੱਖ ਦੇ ਵਿੱਚ ਹੋਏ, ਰੰਕ ਬਣ ਕੇ ਹੀ ਰਹਿਣਗੇ ਖਾਲਸੇ ਅੱਗੇ। कीने गन अपराध विसाला। ਕਿਉਂਕਿ ਇਹਨਾਂ ਮਲੇਛਾਂ ਨੇ ਬੜੇ ਅਪਰਾਧ ਕੀਤੇ ਨੇ, ਇਹਨਾਂ ਬੜੇ ਬੜੇ ਜ਼ੁਲਮ ਕੀਤੇ ਨੇ, ਅਤਿਆਚਾਰ ਕੀਤੇ ਨੇ। तिनको फल होवे है इन काला। ਉਹਦਾ ਫਲ ਇਸ ਕਾਲ, ਇਸ ਸਮੇਂ ਇਹਨਾਂ ਨੂੰ ਪ੍ਰਾਪਤ ਹੋ ਰਿਹਾ ਤੇ ਅੱਗੇ ਹੋਵੇਗਾ। अंग संग मुझको नित जानो। ਖਾਲਸਾ ਜੀ, ਮੈਨੂੰ ਆਪਣੇ ਤੋਂ ਦੂਰ ਨਾ ਜਾਣਿਓ, ਮੈਂ ਸਦਾ ਹੀ ਤੁਹਾਡੇ ਅੰਗ ਸੰਗ ਹਾਂ। ਮੈਨੂੰ ਸਦਾ ਆਪਣੇ ਅੰਗ ਸੰਗ ਜਾਣਿਓ। सदा सहायक अपनो मानो। ਖਾਲਸਾ ਜੀ, ਮੈਨੂੰ ਸਦਾ ਆਪਣਾ ਸਹਾਇਕ ਜਾਣਿਓ। ਜਾਣਿਓ ਕਿ ਬਾਜਾਂ ਵਾਲੇ ਕਲਗੀਧਰ ਸੁਆਮੀ ਹਮੇਸ਼ਾ ਸਾਡੀ ਸਹਾਇਤਾ ਵਿੱਚ ਹਨ। ਉਹ ਸਾਡੇ ਮਦਦਗਾਰ ਹਨ, ਉਹ ਸਾਡੇ ਸਿਰ ਤੇ ਖੜੇ ਹਨ। नित प्रत गुरबाणी अभ्यासो। ਨਿਤਾ ਪ੍ਰਤੀ ਗੁਰਬਾਣੀ ਦਾ ਅਭਿਆਸ ਕਰਨਾ ਹੈ, ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਨਿਤਾ ਪ੍ਰਤੀ। ਇਹ ਨਹੀਂ ਵੀ ਕਦੇ ਕਦਾਈ, ਮਹਾਰਾਜ ਜੀ ਕਹਿੰਦੇ ਨਿਤਾ ਪ੍ਰਤੀ ਵੱਧ ਤੋਂ ਵੱਧ। ਜਿੰਨੀ ਗੁਰਬਾਣੀ ਪੜ੍ਹ ਹੋ ਜੇ ਭਾਈ ਓਨੀ ਥੋੜੀ ਹੈ। ਅਸੀਂ ਪੁੱਛ ਲੈਂਦੇ ਆ, ਕਈ ਵਾਰੀ ਪੁੱਛਦੇ ਹੁੰਨੇ ਆ ਜੀ ਕਿਹੜੀ ਕਿਹੜੀ ਬਾਣੀ ਪੜ੍ਹਿਆ ਕਰੀਏ, ਤਾਂ ਉਹ ਗੱਲ ਹੋਈ ਕਿ ਪ੍ਰਸ਼ਾਦੇ ਦਾ ਥਾਲ ਪਿਆ, ਅਸੀਂ ਪੁੱਛੀ ਜਾਂਦੇ ਆ ਵੀ ਰੋਟੀ ਪਹਿਲਾਂ ਉਤਲੀ ਖਾਈਏ ਕਿ ਥਲੜੀ ਖਾਈਏ। ਇਹਦਾ ਮਤਲਬ ਇਹੀ ਹੈ ਨਾ ਵੀ ਭੁੱਖ ਨਹੀਂ ਲੱਗੀ ਹੋਈ। ਪਾਤਸ਼ਾਹ ਕਹਿੰਦੇ ਆ ਭਾਈ ਗੁਰਬਾਣੀ ਵੱਧ ਤੋਂ ਵੱਧ ਪੜ੍ਹੋ, ਜਿੰਨੀ ਪੜ੍ਹ ਹੋ ਜਾਂਦੀ ਹੈ। ਕੋਈ 5 ਬਾਣੀਆਂ ਪੜ੍ਹ ਲੇ, ਉਹਦੇ ਤੋਂ ਵੱਧ ਕੋਈ ਸੁਖਮਣੀ ਸਾਹਿਬ ਪੜ੍ਹੇ, ਆਸਾ ਜੀ ਦੀ ਵਾਰ ਪੜ੍ਹ ਲੇ, ਦੱਖਣੀ ਓੰਕਾਰ ਪੜ੍ਹ ਲੇ, ਸਿੱਧ ਗੋਸ਼ਟ ਦਾ ਪਾਠ ਕਰ ਲੇ, 52 ਅੱਖਰੀ ਪੜ੍ਹ ਲੇ, ਜਾਂ ਚੰਡੀ ਦੀ ਵਾਰ ਪੜ੍ਹ ਲੇ, ਅਕਾਲ ਉਸਤਤ ਪੜ੍ਹ ਲੇ, ਚੰਡੀ ਚਰਿੱਤਰ ਪਹਿਲਾ ਪੜ੍ਹ ਲੇ, ਚੰਡੀ ਚਰਿੱਤਰ ਦੂਜਾ ਪੜ੍ਹ ਲੇ, ਗਿਆਨ ਪ੍ਰਬੋਧ ਦਾ ਜਾਪ ਕਰ ਲਵੇ। ਕਿਤਨੀਆਂ ਬਾਣੀਆਂ ਸਤਿਗੁਰਾਂ ਦੀਆਂ। ਮਹਾਰਾਜ ਜੀ ਕਹਿੰਦੇ ਆ ਭਾਈ ਨਿਤਾ ਪ੍ਰਤੀ ਵੱਧ ਤੋਂ ਵੱਧ ਗੁਰਬਾਣੀ ਦਾ ਅਭਿਆਸ ਕਰਨਾ। ਖਾਲਸੇ ਨੂੰ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਤਿਗੁਰਾਂ ਜੀ ਦੇ ਦਰ ਘਰ ਦੀ ਪਵਿੱਤਰ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਵਾਹਿਗੁਰੂ 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 वाहिगुरु 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 ਵਾਹਿਗੁਰੂ 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 वाहिगुरु 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 ਵਾਹਿਗੁਰੂ 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 वाहिगुरु 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 ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੈ ਪੁਰਨ ਹੈ ਸਰਬ ਮੈਂ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਕੇ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੈ ਸੰਤ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹੋਂ ਦਾਸਰੋ ਹੈ ਨਿਰਗੁਣ ਗੁਣ ਨਹੀਂ ਕੋਏ ਨਾ
ਨਾਨਕ ਦੀਜੈ ਨਾਮ ਦਾਨ। ਰਾਖੋਈਐ ਪਰੋਏ ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।